ਇੱਕ ਓੰਕਾਰ ਸਤ ਗੁਰ ਪ੍ਰਸਾਦ। ਇੱਕ ਓੰਕਾਰ ਤੋਂ ਭਾਵ ਇੱਕ ਸਰਬ ਵਿਆਪਕ ਪਰਮ ਸੱਤਿਆ, ਜਿਸ ਕਰਕੇ ਸੰਸਾਰ ਦੀ ਉਤਪत्ति, ਲੈਤਾ, ਪਾਲਣਾ ਔਰ ਸੰਚਾਲਨ ਹੁੰਦਾ ਹੈ, ਜੋ ਸदैव ਹੈ, ਅਬਿਨਾਸ਼ੀ ਹੈ ਔਰ ਜਿਸ ਦੇ ਨਾਲ ਸੰਬੰਧ, ਜਿਸ ਦੀ ਜਾਣਕਾਰੀ, ਜਿਸ ਦੀ ਰਜ਼ਾ ਪਾਣੇ ਦੀ ਸਮਝ ਗੁਰੂ ਦੀ ਕਿਰਪਾ ਰਾਹੀਂ ਆਉਂਦੀ ਹੈ। ਯਾਨੀ ਗੁਰੂ ਦੀ ਰਹਿਮਤ ਬਖਸ਼ਿਸ਼ ਦੇ ਨਾਲ ਗੁਰੂ ਦੇ ਗਿਆਨ ਅਨੁਸਾਰ ਜ਼ਿੰਦਗੀ ਜੀ ਕੇ ਐਸੇ ਪ੍ਰਭੂ ਨੂੰ ਅਸੀਂ ਸਮਝ ਸਕਦੇ ਹਾਂ, ਉਸ ਦੀ ਰਜ਼ਾ ਵਿੱਚ ਚੱਲ ਸਕਦੇ ਹਾਂ, ਉਸ ਦੀ ਅਭੇਦਤਾ ਪ੍ਰਾਪਤ ਕਰ ਸਕਦੇ ਹਾਂ। ਗੌੜੀ ਬੈਰਾਗਣ ਰਵਿਦਾਸ ਜੀਓ। ਘਟ ਅਵਕਟ ਡੂੰਗਰ ਕਣਾ, ਇੱਕ ਨਿਰਗੁਣ ਬੈਲ ਹਮਾਰ। ਗੁਰੂ ਪਾਤਸ਼ਾਹ ਜੀ ਸਾਨੂੰ ਇੱਕ ਮਿਸਾਲ ਦੇ ਕੇ ਸਮਝਾ ਰਹੇ ਹਨ ਕਿ ਜਿਵੇਂ ਪਹਾੜੀ ਰਾਸਤਾ ਹੋਵੇ, ਬਹੁਤ ਔਖਾ ਹੋਵੇ, ਪਹਾੜੀ ਰਾਹ ਦੇ ਉੱਤੇ ਚੜ੍ਹਨਾ ਬੜਾ ਔਖਾ ਹੈ, ਤੇ ਬੈਲ ਜਿਹੜਾ ਹੈ, ਜਿਸ ਬੈਲ ਦੇ ਉੱਤੇ ਸਮਾਨ ਲੱਦ ਕੇ ਲੈ ਜਾਣਾ, ਉਹ ਕਮਜ਼ੋਰ ਹੋਵੇ, ਤਾਂ ਜਿਹੜਾ ਕਮਜ਼ੋਰ ਜਿਹਾ ਬੈਲ ਹੈ ਉਹ ਉੱਚੇ ਪਹਾੜੀ ਰਾਸਤੇ ਨੂੰ ਬਹੁਤ ਸਮਾਨ ਲੈ ਕੇ ਚੜ੍ਹ ਨਹੀਂ ਸਕਦਾ। ਹੁਣ ਇੱਕ ਮਿਸਾਲ ਲਈ ਹੈ, ਘਟ ਅਵਕਟ ਡੂੰਗਰ ਕਣਾ, ਇੱਕ ਨਿਰਗੁਣ ਬੈਲ ਹਮਾਰ। ਘਟ ਦਾ ਮਤਲਬ ਹੈਗਾ ਰਾਸਤੇ, ਅਵਕਟ ਦਾ ਮਤਲਬ ਔਖੇ, ਡੂੰਗਰ ਦਾ ਮਤਲਬ ਪਹਾੜੀ ਜਾਂ ਪਹਾੜ ਦਾ, ਕਣਾ ਬਹੁਤਾ, ਨਿਰਗੁਣ ਦਾ ਮਤਲਬ ਗੁਣਹੀਨ ਯਾਨੀ ਮਾੜਾ, ਕਮਜ਼ੋਰ, ਹਮਾਰ ਦਾ ਮਤਲਬ ਅਸਾਡਾ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ ਜੋ ਪ੍ਰਭੂ ਦਾ ਰਾਸਤਾ ਹੈ, ਰੱਬੀ ਰਜ਼ਾ ਵਿੱਚ ਤੁਰਨਾ ਹੈ, ਵਿਖੜਾ ਔਰ ਪਹਾੜੀ ਹੈ, ਔਖਾ ਹੈ, ਤੇ ਮੇਰਾ ਜਿਹੜਾ ਬੈਲ ਹੈ, ਮਨ ਜਿਹੜਾ ਹੈ, ਉਹ ਕਮਜ਼ੋਰ ਹੈ। ਜਿੰਨੀ ਰਾਹੀਂ ਰੱਬੀ ਗੁਣਾ ਦਾ ਸੌਦਾ ਲੱਦ ਕੇ ਲੈ ਜਾਣਾ ਹੈ, ਉਹ ਰਾਸਤੇ ਬੜੇ ਔਖੇ ਪਹਾੜੀ ਰਾਸਤੇ ਨੇ, ਤੇ ਮੇਰਾ ਮਨ ਬੜਾ ਕਮਜ਼ੋਰ ਹੈ। ਮੇਰੇ ਮਨ ਦੇ ਅੰਦਰ ਵਿਲ ਪਾਵਰ ਨਹੀਂ ਹੈ, ਮਨ ਦੇ ਅੰਦਰ ਆਤਮ ਵਿਸ਼ਵਾਸ ਨਹੀਂ ਹੈ। ਤੇ ਐਸੀ ਦਸ਼ਾ ਦੇ ਅੰਦਰ ਜਦੋਂ ਆਤਮ ਵਿਸ਼ਵਾਸ ਨਾ ਹੋਵੇ, ਮਨ ਹੀ ਕਮਜ਼ੋਰ ਹੋਵੇ, ਤੇ ਰੱਬੀ ਰਾਹ ਦੇ ਉੱਤੇ ਤੁਰਨਾ, ਗੁਣਾਂ ਵਾਲੇ ਰਾਹ ਦੇ ਉੱਤੇ ਤੁਰਨਾ ਆਮ ਮਨੁੱਖ ਵਾਸਤੇ ਬਹੁਤ ਔਖਾ ਹੋ ਜਾਂਦਾ ਹੈ। ਇਸ ਲਈ ਭਗਤ ਰਵਿਦਾਸ ਜੀ ਸਾਨੂੰ ਸਮਝਾ ਰਹੇ ਨੇ, ਰਮਈਏ ਸਿਉ ਇੱਕ ਬੇਨਤੀ, ਮੇਰੀ ਪੂੰਜੀ ਰਾਖ ਮੁਰਾਰ। ਰਮਈਏ ਦਾ ਮਤਲਬ ਸੋਹਣਾ, ਜਿਹੜਾ ਰਮਿਆ ਹੋਇਆ ਹੈ। ਮੁਰਾਰ ਦਾ ਮਤਲਬ ਮੁਰ ਰਾਖਸ਼ਸ ਨੂੰ ਮਾਰਨ ਵਾਲਾ, ਯਾਨੀ ਪ੍ਰਭੂ ਜੋ ਰਾਖਸ਼ੀ ਬਿਰਤੀਆਂ ਨੂੰ ਖਤਮ ਕਰਨ ਵਾਲਾ ਹੈ। ਤਾਂ ਭਗਤ ਰਵਿਦਾਸ ਜੀ ਕਹਿੰਦੇ ਨੇ, ਪਿਆਰੇ ਪ੍ਰਭੂ ਅੱਗੇ ਮੇਰੀ ਅਰਜ਼ੋਈ ਹੈ, ਅਰਦਾਸ ਹੈ, ਬੇਨਤੀ ਹੈ ਕਿ ਹੇ ਪ੍ਰਭੂ, ਮੇਰੀ ਰਾਸ ਪੂੰਜੀ ਦੀ ਤੂੰ ਆਪ ਰਾਖੀ ਕਰ। ਯਾਨੀ ਕਮਜ਼ੋਰ ਮਨ ਦੇ ਸਹਾਰੇ ਜੇ ਮੈਂ ਚੱਲਾਂਗਾ ਤਾਂ ਕਮਜ਼ੋਰ ਮਨ ਕਰਕੇ ਮੈਂ ਇਹਨਾਂ ਗੁਣਾਂ ਨੂੰ, ਆਪਣਿਆਂ ਨੂੰ ਬਚਾ ਨਹੀਂ ਪਾਵਾਂਗਾ। ਪਰ ਜੇ ਮੈਂ ਰੱਬ ਦਾ ਆਸਰਾ ਲਵਾਂ, ਰੱਬੀ ਰਜ਼ਾ ਦਾ ਆਸਰਾ ਲਵਾਂ, ਤਾਂ ਫਿਰ ਮੇਰੀ ਇਹ ਪੂੰਜੀ ਜਿਹੜੀ ਹੈ ਉਹ ਬਚ ਸਕਦੀ ਹੈ, ਰਾਸ ਸਲਾਮਤ ਰਹਿ ਸਕਦੀ ਹੈ, ਮੈਂ ਆਤਮਿਕ ਜ਼ਿੰਦਗੀ ਜੀ ਸਕਦਾ ਹਾਂ। ਇਸ ਲਈ ਪ੍ਰਭੂ ਦਾ ਸਹਾਰਾ ਲੈਣਾ ਹੈ, ਰੱਬੀ ਰਜ਼ਾ ਦਾ ਸਹਾਰਾ ਲੈਣਾ। ਕੋ ਬਨਜਾਰੋ ਰਾਮ ਕੋ, ਮੇਰਾ ਟਾਂਡਾ ਲਾਦਿਆ ਜਾਏ ਰੇ। ਕੋ ਦਾ ਮਤਲਬ ਕੋਈ, ਬਨਜਾਰੋ ਦਾ ਮਤਲਬ ਵਣਜ ਕਰਨ ਵਾਲਾ, ਵਪਾਰੀ। ਟਾਂਡਾ ਦਾ ਮਤਲਬ ਹੁੰਦਾ ਹੈ ਬਲਦਾਂ ਜਾਂ ਗੱਡਿਆਂ, ਰੇੜਿਆਂ ਦਾ ਸਮੂਹ, ਜਿਹੜੇ ਰਲ ਕੇ ਚੱਲਦੇ ਨੇ। ਕਈ ਸਾਰੇ ਜਦੋਂ ਚੱਲਦੇ ਨੇ ਨਾ ਮਿਲ ਕੇ, 5-10 ਵਪਾਰੀ ਗੱਡੇ ਲੈ ਕੇ ਚੱਲਣ, ਤੇ ਉਹਨਾਂ ਸਾਰਿਆਂ ਨੂੰ ਕਹਿੰਦੇ ਨੇ ਟਾਂਡਾ। ਤਾਂ ਭਗਤ ਰਵਿਦਾਸ ਜੀ ਕਹਿੰਦੇ ਨੇ ਕਿ ਹੇ ਭਾਈ, ਕੋਈ ਪ੍ਰਭੂ ਦੇ ਨਾਮ ਦਾ ਵਣਜਾਰਾ, ਰੱਬੀ ਗੁਣਾਂ ਦਾ ਵਣਜਾਰਾ ਮੈਨੂੰ ਮਿਲ ਪਏ, ਤਾਂ ਮੇਰਾ ਵੀ ਮਾਲ ਲੱਦਿਆ ਜਾ ਰਿਹਾ ਹੈ, ਤਾਂ ਉਹਦੀ ਸਹਾਇਤਾ ਦੇ ਨਾਲ ਮੇਰਾ ਮਾਲ ਵੀ ਪਹੁੰਚ ਜਾਏ, ਮੈਂ ਵੀ ਉਹਦੀ ਸੰਗਤ ਕਰ ਸਕਾਂ, ਵਣਜ ਕਰ ਸਕਾਂ। ਤਾਂ ਇੱਥੇ ਜੋ ਭਾਵ ਹੈ ਇਸ ਪੰਕਤੀ ਦਾ, ਕੋ ਵਣਜਾਰੋ ਰਾਮ ਕੋ, ਮੇਰਾ ਟਾਂਡਾ ਲਾਦਿਆ ਜਾਏ ਰੇ। ਕੋਈ ਹੈ ਇਹੋ ਜਿਹਾ ਵਣਜਾਰਾ ਜਿਹੜਾ ਰੱਬੀ ਗੁਣਾਂ ਦਾ ਵਪਾਰ ਕਰਨਾ ਚਾਹੁੰਦਾ ਹੈ, ਜੋ ਰੱਬੀ ਰਜ਼ਾ ਵਾਲੀ ਜ਼ਿੰਦਗੀ ਜੀਣਾ ਚਾਹੁੰਦਾ ਹੈ, ਉਹਦੇ ਨਾਲ ਮਿਲ ਕੇ ਮੈਂ ਚੱਲਾਂ ਤੇ ਮੇਰਾ ਵੀ ਜਿਹੜਾ ਸਮਾਨ ਹੈ ਪਹੁੰਚ ਜਾਏ। ਯਾਨੀ ਇੱਥੇ ਸਾਨੂੰ ਉਪਦੇਸ਼ ਕੀਤਾ ਜਾ ਰਿਹਾ ਹੈ ਕਿ ਜੇ ਤੁਸੀਂ ਆਪਣੇ ਆਤਮਿਕ ਜੀਵਨ ਨੂੰ ਬਚਾਉਣਾ ਹੈ, ਤਾਂ ਇੱਕ ਤਾਂ ਰੱਬੀ ਰਜ਼ਾ ਪਾਣੇ ਵਿੱਚ ਤੁਰੋ, ਪ੍ਰਭੂ ਦੀ ਅੱਗੇ ਅਰਦਾਸ ਚੌਧੜੀ ਕਰੋ, ਰਜ਼ਾ ਵਿੱਚ ਤੁਰੋ। ਔਰ ਦੂਜਾ ਹੈ, ਜਿਹੜੇ ਸਚਿਆਰ ਪੁਰਸ਼ ਨੇ, ਜਿਹੜੇ ਐਸੀ ਜ਼ਿੰਦਗੀ ਜੀ ਰਹੇ ਨੇ, ਉਹਨਾਂ ਦੀ ਸੰਗਤ ਕਰੋ, ਕਿਉਂਕਿ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਉਹਨਾਂ ਦੀ ਸੰਗਤ ਕਰੋ।
ਹੋਂ ਬਨਜਾਰੋ ਰਾਮ ਕੋ ਸਹਿਜ ਕਰੋ ਵਿਆਪਾਰ। ਇਹ ਬੱਬੇ ਦੇ ਥੱਲੇ ਅੱਧਾ ਯਈਆ ਹੈ। ਯਈਆ ਔਰ ਹਈਆ ਹਾਹੇ ਦਾ ਕਈਆਂ ਨੂੰ ਨਾ ਭੁਲੇਖਾ ਲੱਗ ਜਾਂਦਾ ਹੈ। ਇਸ ਲਈ ਜਦੋਂ ਇਹਦਾ ਮੂੰਹ ਜਿਹੜਾ ਹੈ ਨਾ ਤੁਹਾਡੇ ਖੱਬੇ ਹੱਥ ਵਾਲੇ ਪਾਸੇ ਖੁੱਲਿਆ ਹੋਵੇ ਤਾਂ ਉਦੋਂ ਇਹ ਅੱਧਾ ਹਾਹਾ ਹੁੰਦਾ ਹੈ। ਪਰ ਜਦੋਂ ਇਸ ਅੱਧੇ ਅੱਖਰ ਦਾ ਮੂੰਹ ਤੁਹਾਡੇ ਸੱਜੇ ਹੱਥ ਵਾਲੇ ਪਾਸੇ ਖੁੱਲਿਆ ਹੋਵੇ ਤਾਂ ਉਦੋਂ ਇਹ ਅੱਧਾ ਯਈਆ ਹੁੰਦਾ ਹੈ। ਇੱਥੇ ਹੁਣ ਅੱਧਾ ਹਾਹਾ ਨਹੀਂ ਹੈ, ਅੱਧਾ ਯਈਆ ਹੈ ਤੇ ਇਹਦਾ ਉਚਾਰਨ ਹੋਏਗਾ ਵਿਆਪਾਰ। ਕਰੋ ਨਹੀਂ ਪੜਨਾ, ਕਰੋ ਮੈਂ ਦੀ ਗੱਲ ਹੈ, ਫਸਟ ਪਰਸਨ ਦੀ ਗੱਲ ਹੈ। ਸਹਿਜ ਵਿਆਪਾਰ ਦਾ ਮਤਲਬ ਸਹਿਜ ਦਾ ਵਪਾਰ, ਯਾਨੀ ਆਤਮਿਕ ਅਡੋਲਤਾ ਦਾ ਵਪਾਰ। ਉਹ ਜ਼ਿੰਦਗੀ ਜਿਸ ਵਿੱਚੋਂ ਸ਼ਾਂਤੀ ਰੂਪ ਖੱਟੀ ਖੱਟੀ ਜਾਏ। ਸਹਿਜ ਦਾ ਮਤਲਬ ਮਨ, ਬਚਨ ਔਰ ਕਰਮ ਕਰਕੇ ਗੁਣਾਂ ਦੇ ਧਾਰਨੀ ਹੋਣਾ, ਇਹਨੂੰ ਕਹਿੰਦੇ ਨੇ ਸਹਿਜ। ਜੋ ਮਨ, ਬਚਨ ਔਰ ਕਰਮ ਕਰਕੇ ਗੁਣਾਂ ਦਾ ਧਾਰਨੀ ਹੈ, ਜੋ ਅੰਦਰੋਂ ਬਾਹਰੋਂ ਇੱਕ ਹੈ, ਜਿਹਦੀਆਂ ਭਾਵਨਾਵਾਂ ਵੀ ਸੱਚੀਆਂ ਨੇ। ਤਾਂ ਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਮੈਂ ਪ੍ਰਭੂ ਦੇ ਗੁਣਾਂ ਦਾ ਵਪਾਰੀ ਹਾਂ, ਰੱਬੀ ਰਜਾ ਵਿੱਚ ਤੁਰਨ ਵਾਲਾ ਵਪਾਰੀ ਹਾਂ, ਔਰ ਮੈਂ ਐਸਾ ਵਿਆਪਾਰ ਕਰ ਰਿਹਾ, ਮਤਲਬ ਐਸੀ ਜ਼ਿੰਦਗੀ ਜੀ ਰਿਹਾ ਔਰ ਜੀਣੀ ਚਾਹੁੰਦਾ ਹਾਂ ਜਿਸ ਵਿੱਚੋਂ ਮੈਨੂੰ ਸਹਿਜ ਅਵਸਥਾ ਦੀ ਖੱਟੀ ਹੋਵੇ, ਸਹਿਜ ਅਵਸਥਾ ਦੀ ਕਮਾਈ ਮਿਲੇ, ਮੈਨੂੰ ਸਹਿਜ ਮਿਲੇ। ਮਨ, ਬਚਨ, ਕਰਮ ਦਾ ਮੈਂ ਇੱਕ ਹੋ ਜਾਵਾਂ, ਮੇਰੀ ਜ਼ਿੰਦਗੀ ਅੰਦਰ ਸ਼ਾਂਤੀ ਆ ਜਾਏ। ਮਨ, ਬਚਨ, ਕਰਮ ਕਰਕੇ ਸ਼ਾਂਤੀ ਮਿਲੇ, ਮਨ, ਬਚਨ, ਕਰਮ ਕਰਕੇ ਮੈਂ ਗੁਣਾਂ ਦਾ ਧਾਰਨੀ ਹੋਵਾਂ। ਐਸੀ ਜ਼ਿੰਦਗੀ ਮੈਂ ਜੀਣੀ ਚਾਹੁੰਦਾ, ਐਸਾ ਮੈਂ ਵਿਆਪਾਰ ਕਰ ਰਿਹਾ ਜਿਸ ਵਿੱਚੋਂ ਸਹਿਜ ਉਪਜੇ। ਤਾਂ ਸਾਨੂੰ ਇੱਥੇ ਜੀਵਨ ਵਾਸਤੇ ਦਿੱਤਾ ਜਾ ਰਿਹਾ ਹੈ ਕਿ ਜ਼ਿੰਦਗੀ ਐਸੀ ਜੀਵੋ, ਮਨ, ਬਚਨ ਔਰ ਕਰਮ ਕਰਕੇ ਗੁਣਾਂ ਦੇ ਧਾਰਨੀ ਹੋਵੋ। ਜਦੋਂ ਮਨ, ਬਚਨ ਔਰ ਕਰਮ ਕਰਕੇ ਗੁਣਾਂ ਦੇ ਧਾਰਨੀ ਹੋਵੋਗੇ ਤਾਂ ਜੀਵਨ ਦੇ ਅੰਦਰ ਸ਼ਾਂਤੀ ਪੈਦਾ ਹੋਏਗੀ। ਤੇ ਜੇ ਮਨ ਵਿੱਚ ਕੁਝ ਹੋਰ ਹੈ, ਬੋਲ ਕੁਝ ਹੋਰ ਰਹੇ ਹੋ, ਕਰ ਕੁਝ ਹੋਰ ਰਹੇ ਹੋ, ਤਾਂ ਜੀਵਨ ਦੇ ਅੰਦਰ ਸ਼ਾਂਤੀ ਨਹੀਂ ਆਏਗੀ। ਮੈਂ ਰਾਮ ਨਾਮ ਤਨ ਲਾਦਿਆ, ਬਿਖ ਲਾਦੀ ਸੰਸਾਰ। ਸੰਸਾਰ ਦੇ ਰਾਰੇ ਨਾਲ ਸਿਹਾਰੀ ਹੈ, ਮਤਲਬ ਸੰਸਾਰ ਨੇ। ਬਿਖ ਦਾ ਮਤਲਬ ਜ਼ਹਿਰ, ਜ਼ਹਿਰ ਦਾ ਮਤਲਬ ਆਤਮਿਕ ਮੌਤ ਲਿਆਉਣ ਵਾਲੇ ਕਰਮ, ਉਹ ਕਰਮ ਜਿਨ੍ਹਾਂ ਕਰਕੇ ਬੰਦੇ ਦੀ ਆਤਮਿਕ ਮੌਤ ਹੋ ਜਾਏ। ਤਾਂ ਭਗਤ ਰਵਿਦਾਸ ਜੀ ਕਹਿੰਦੇ ਨੇ, ਮੈਂ ਆਪਣੇ ਜੀਵਨ ਦੇ ਅੰਦਰ ਪ੍ਰਭੂ ਦੇ ਗੁਣਾਂ ਦਾ ਸੌਦਾ ਲੱਦਿਆ ਹੈ। ਰਾਮ ਨਾਮ ਦਾ ਮਤਲਬ ਪ੍ਰਭੂ ਦੀ ਸਿਫਤ ਸਲਾਹ, ਪ੍ਰਭੂ ਦੇ ਗੁਣ। ਤੇ ਇਹ ਸੌਦਾ ਲੱਦਿਆ ਕਿੱਥੇ ਹੋਇਆ? ਦੇਖੋ, ਹਰ ਬੰਦੇ ਨੇ ਕੋਈ ਨਾ ਕੋਈ ਸੌਦਾ ਤੇ ਲੱਦਿਆ ਹੀ ਹੋਇਆ ਹੈ। ਮਨ, ਬੁੱਧੀ, ਦਿਮਾਗ, ਚਿੱਤ ਕਿਸੇ ਨਾ ਕਿਸੇ ਚੀਜ਼ ਦੇ ਨਾਲ ਭਰਿਆ ਤੇ ਬੰਦੇ ਦਾ ਹੈ ਹੀ ਹੈ ਨਾ। ਕਈਆਂ ਨੇ ਆਪਣੇ ਮਨ, ਬੁੱਧ, ਚਿੱਤ ਦੇ ਅੰਦਰ, ਆਪਣੇ ਮਨ ਵਿੱਚ ਈਰਖਾ, ਦਵੈਸ਼, ਵੈਰ, ਵਿਰੋਧ, ਹੰਕਾਰ, ਚਲਾਕੀਆਂ ਭਰੀਆਂ ਹੋਈਆਂ ਨੇ। ਇਹ ਸੌਦਾ ਲੱਦਿਆ ਹੋਇਆ। ਤੇ ਕਿਸੇ ਨੇ ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵੈਰਾਗ, ਨਿਮਾਨਤਾ ਦਾ ਸੌਦਾ ਲੱਦਿਆ ਹੋਇਆ। ਹੁਣ ਜਿਹੜੇ ਸਤ, ਸੰਤੋਖ, ਦਇਆ, ਧਰਮ ਆਦਿਕ ਸ਼ੁਭ ਗੁਣ ਨੇ, ਇਹ ਆਤਮਿਕ ਜ਼ਿੰਦਗੀ ਦੇਣ ਵਾਲੇ ਨੇ। ਤੇ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਾਂ ਹੋਰ ਮਾੜੇ ਕਰਮ ਨੇ, ਇਹ ਆਤਮਿਕ ਮੌਤ ਲਿਆਉਣ ਵਾਲੀ ਜ਼ਹਿਰ ਹੈ। ਤਾਂ ਭਗਤ ਰਵਿਦਾਸ ਜੀ ਕਹਿੰਦੇ ਨੇ ਕਿ ਪਿਆਰਿਓ, ਮੈਂ ਤਾਂ ਪ੍ਰਭੂ ਦੇ ਸ਼ੁਭ ਗੁਣਾਂ ਦਾ ਸੌਦਾ ਲੱਦਿਆ ਹੋਇਆ ਹੈ, ਸ਼ੁਭ ਗੁਣਾਂ ਦਾ ਵਪਾਰ ਕਰ ਰਿਹਾ ਹਾਂ, ਜੋ ਆਤਮਿਕ ਜੀਵਨ ਦੇਣ ਵਾਲੇ ਨੇ। ਲੇਕਿਨ ਜੋ ਆਮ ਸੰਸਾਰ ਹੈ, ਜੋ ਆਮ ਸੰਸਾਰ ਦਾ ਮਨੁੱਖ ਹੈ, ਉਹਨੇ ਆਪਣੇ ਜੀਵਨ ਦੇ ਅੰਦਰ ਜ਼ਹਿਰ ਲੱਦੀ ਹੋਈ ਹੈ, ਬਹੁਤਾਤ ਗਿਣਤੀ ਨੇ। ਈਰਖਾ, ਦਵੈਸ਼, ਵੈਰ, ਵਿਰੋਧ ਆਪਣੇ ਅੰਦਰ ਭਰ ਕੇ ਫਿਰ ਰਹੇ ਨੇ, ਜੋ ਉਹਨਾਂ ਦੀ ਆਤਮਿਕ ਮੌਤ ਦਾ ਕਾਰਨ ਬਣ ਰਿਹਾ ਹੈ। ਉਰਵਾਰ ਪਾਰ ਕੇ ਦਾਨੀਆਂ, ਲਿਖ ਲੇਹੋ ਆਲ ਪਤਾਲ। ਉਰਵਾਰ ਪਾਰ ਦਾ ਮਤਲਬ ਇਧਰ ਉਧਰ ਦੀਆਂ ਜਾਣਨ ਵਾਲੇ, ਦਾਨੀਆਂ ਦਾ ਮਤਲਬ ਜਾਣਨ ਵਾਲੇ, ਲਿਖ ਲੇਹੋ ਦਾ ਮਤਲਬ ਲਿਖ ਲੋ, ਆਲ ਪਤਾਲ ਦਾ ਮਤਲਬ ਊਲ ਜਲੂਲ। ਹੁਣ ਦੇਖੋ, ਜਦੋਂ ਬੰਦਾ ਕੋਈ ਸੱਚ ਦੇ ਰਾਹ ਤੇ ਚੱਲਦਾ ਹੈ ਨਾ, ਉਦੋਂ ਬਹੁਤ ਸਾਰੇ ਲੋਕ ਆਪਣੇ ਹੀ ਅੰਦਾਜ਼ੇ ਲਗਾਈ ਜਾਂਦੇ ਨੇ। ਜ਼ਰੂਰੀ ਨਹੀਂ ਕਿ ਤੁਹਾਡੀ ਕੋਈ ਸਿਫਤ ਹੀ ਕਰੇਗਾ, ਤੁਹਾਨੂੰ ਕੋਈ ਚੰਗਾ ਹੀ ਕਹੇਗਾ। ਹਰ ਇਨਸਾਨ ਦੀ ਆਪਣੀ ਆਪਣੀ ਸੋਚ ਹੈ ਨਾ। ਕੋਈ ਤੁਹਾਨੂੰ ਕੁਝ ਬੋਲੇਗਾ, ਕੋਈ ਤੁਹਾਨੂੰ ਕੁਝ ਬੋਲੇਗਾ। ਦੇਖੋ, ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ
ਤਾਂ ਉਹਨਾਂ ਨੂੰ ਕੋਈ ਕਹਿ ਰਿਹਾ ਨਾ, ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ, ਨਾਨਕ ਵਿਚਾਰਾ, ਉਹਨਾਂ ਨੂੰ ਵੀ ਭੂਤਨਾ ਬੇਤਾਲਾ ਕੁਰਾਈਆ ਲੋਕ ਕਹਿ ਰਹੇ ਨੇ। ਕੁਝ ਲੋਕ ਨੇ ਜੋ ਗੁਰੂ ਨਾਨਕ ਦੇਵ ਨੂੰ ਰੱਬ ਦਾ ਰੂਪ ਕਰਕੇ ਜਾਣਦੇ ਨੇ, ਔਰ ਕੁਝ ਲੋਕ ਨੇ ਜੋ ਗੁਰੂ ਨਾਨਕ ਦੇਵ ਬਾਰੇ ਭੂਤਨਾ ਬੇਤਾਲਾ ਕੁਰਾਈਆ ਵਾਲੇ ਸ਼ਬਦ ਵਰਤੇ ਨੇ। ਭਗਤ ਕਬੀਰ ਜੀ ਨੇ, ਉਹਨਾਂ ਨੂੰ ਲੋਕ ਕਹਿ ਰਹੇ ਨੇ ਯਾਰ ਤੂੰ ਤੇ ਆਪਣੀ ਇੱਜ਼ਤ ਹੀ ਗਵਾ ਬੈਠੇ। ਹਾਂ, ਤਾਂ ਭਗਤ ਕਬੀਰ ਜੀ ਕਹਿੰਦੇ ਨੇ ਹਮ ਅਪੱਤ ਹੈ ਆਪਣੀ ਪਤ ਖੋਈ, ਹਮਰੇ ਖੋਜ ਪਰੋ ਮਤ ਕੋਈ। ਤਾਂ ਇਹ ਦੁਨੀਆ ਦੇ ਜਿਹੜੇ ਵਿਊਜ਼ ਨੇ ਉਹ ਤੁਹਾਡੇ ਵਾਸਤੇ ਅਲੱਗ-ਅਲੱਗ ਹੋ ਸਕਦੇ ਨੇ। ਕੋਈ ਤੁਹਾਨੂੰ ਚੰਗਾ ਕਹਿ ਸਕਦਾ ਹੈ, ਕੋਈ ਤੁਹਾਨੂੰ ਮਾੜਾ ਕਹਿ ਸਕਦਾ ਹੈ। ਇਹ ਹੁਣ ਆਪਣੇ ਵਿਊਜ਼ ਨੇ ਲੋਕਾਂ ਦੇ। ਤਾਂ ਭਗਤ ਰਵਿਦਾਸ ਜੀ ਕਹਿ ਰਹੇ ਨੇ ਕਿ ਜੋ ਵੀ ਤੁਸੀਂ ਬੜੇ ਆਪਣੇ ਆਪ ਨੂੰ ਸਿਆਣੇ ਸਮਝਣ ਵਾਲੇ ਹੋ, ਉਰਵਾਰ ਪਾਰ ਦੀਆਂ ਗੱਲਾਂ ਇਧਰ ਉਧਰ ਦੀਆਂ ਜਾਣਨ ਵਾਲੇ ਹੋ, ਬੇਸ਼ੱਕ ਮੇਰੇ ਖਿਲਾਫ ਜਿੰਨਾ ਮਰਜ਼ੀ ਊਲ ਜਲੂਲ ਲਿਖ ਲਓ, ਮੇਰੇ ਖਿਲਾਫ ਊਲ ਜਲੂਲ ਬੋਲਦੇ ਰਹੋ, ਜੋ ਤੁਹਾਡਾ ਜੀ ਕਰਦਾ ਬੋਲਦੇ ਰਹੋ, ਚੰਗਾ ਕਹੋ ਮਾੜਾ ਕਹੋ। ਦਾਨੀਆਂ ਦਾ ਮਤਲਬ ਜਾਣਨ ਵਾਲੇ, ਉਰਵਾਰ ਪਾਰ ਦਾ ਮਤਲਬ ਉਰਲਾ ਪਾਸਾ ਪਰਲਾ ਪਾਸਾ, ਜੋ ਹਰ ਕਿਸਮ ਦੀਆਂ ਗੱਲਾਂ ਨੂੰ ਜਾਣਨ ਵਾਲੇ ਆਪਣੇ ਆਪ ਨੂੰ ਬੜੇ ਸਿਆਣੇ ਚਲਾਕ ਸਮਝਦੇ ਨੇ। ਭਗਤ ਰਵਿਦਾਸ ਜੀ ਕਹਿੰਦੇ ਨੇ ਜੋ ਵੀ ਤੁਸੀਂ ਊਲ ਜਲੂਲ ਮੇਰੇ ਬਾਰੇ ਲਿਖਣਾ ਹੈ, ਬੋਲਣਾ ਹੈ, ਉਹ ਤੁਸੀਂ ਬੋਲਦੇ ਰਹੋ, ਲਿਖਦੇ ਰਹੋ, ਲੇਕਿਨ ਮੈਨੂੰ ਵਿਸ਼ਵਾਸ ਹੈ ਕਿ ਮੋਹੇ ਜਮਡੰਡ ਨਾ ਲੱਗ ਗਈ। ਮੋਹੇ ਦਾ ਮਤਲਬ ਮੈਨੂੰ, ਡੰਡ ਦਾ ਮਤਲਬ ਡੰਨ, ਤਜੀਲੇ ਦਾ ਮਤਲਬ ਛੱਡ ਦਿੱਤੇ ਨੇ। ਮੈਨੂੰ ਆਤਮਕ ਮੌਤ ਦਾ ਦੁੱਖ ਨਹੀਂ ਲੱਗੇਗਾ। ਕਿਉਂ? ਕਿ ਤਜੀਲੇ ਸਰਬ ਜੰਜਾਲ, ਮੈਂ ਸਾਰੇ ਜੰਜਾਲ ਹੀ ਛੱਡ ਦਿੱਤੇ ਨੇ। ਜਿੰਨਾ ਜੰਜਾਲਾਂ ਕਰਕੇ ਆਤਮਕ ਮੌਤ ਦਾ ਡੰਨ ਲੱਗਦਾ ਹੈ, ਦੁੱਖ ਆਉਂਦਾ ਹੈ, ਜਿੰਨਾ ਕਰਕੇ ਬੰਦਾ ਆਤਮਕ ਮੌਤੇ ਮਰਦਾ ਹੈ, ਉਹ ਮੈਂ ਸਾਰੇ ਜੰਜਾਲ ਛੱਡ ਹੀ ਦਿੱਤੇ ਨੇ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਨੂੰ ਮੈਂ ਵਸ ਵਿੱਚ ਕਰ ਲਿਆ। ਈਰਖਾ ਦਵੇਸ਼ ਵੈਰ ਵਿਰੋਧ ਮੇਰੇ ਅੰਦਰ ਹੈ ਹੀ ਨਹੀਂ ਹੈ। ਤੇ ਬਾਕੀ ਆ ਜਿਹੜੇ ਕਰਮ ਕਾਂਡ ਨੇ, ਵਰਤਨ ਰਾਤੇ ਸਰਾਧ ਤੀਰਥ ਯਾਤਰਾਵਾਂ, ਸਮਾਧੀਆਂ ਲਾਣੀਆਂ, ਨੰਗੇ ਪੈਰੀ ਫਿਰਨਾ, ਜੰਗਲਾਂ ਵਿੱਚ ਜਾਣਾ, ਤਿਆਗ ਕਰਨਾ, ਮੈਂ ਸਾਰੇ ਜੰਜਾਲ ਹੀ ਛੱਡ ਦਿੱਤੇ ਨੇ। ਮੇਰਾ ਇਹਨਾਂ ਦੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੈ। ਮੇਰੀ ਜ਼ਿੰਦਗੀ ਕੁਝ ਪਾਪ ਵਿਕਾਰ ਹੈ ਹੀ ਨਹੀਂ। ਤਾਂ ਮੈਨੂੰ ਆਤਮਕ ਮੌਤ ਦਾ ਖਤਰਾ ਨਹੀਂ ਹੈ, ਮੈਨੂੰ ਆਤਮਕ ਮੌਤ ਦਾ ਡੰਨ ਨਹੀਂ ਲੱਗੇਗਾ। ਮੇਰੇ ਤੇ ਕਾਮ ਕ੍ਰੋਧ ਆਦਿਕ ਆਪਣਾ ਪ੍ਰਭਾਵ ਨਹੀਂ ਪਾ ਸਕਣਗੇ। ਤੁਸੀਂ ਜੋ ਕਹਿਣਾ ਹੈ ਕਹੀ ਜਾਓ, ਤੁਸੀਂ ਮੇਰੇ ਬਾਰੇ ਜੋ ਲਿਖਣਾ ਹੈ ਲਿਖੀ ਜਾਓ, ਜੋ ਬੋਲਣਾ ਹੈ ਬੋਲੀ ਜਾਓ। ਤਾਂ ਇੰਨਾ ਵਿਸ਼ਵਾਸ ਹੋਣਾ ਚਾਹੀਦਾ ਬੰਦੇ ਨੂੰ। ਜਿਹੜੇ ਰੱਬ ਦੇ ਪਿਆਰੇ ਨੇ ਨਾ, ਜੋ ਸਹਿਜ ਦਾ ਵਪਾਰ ਕਰ ਰਹੇ ਨੇ, ਜੋ ਰੱਬੀ ਰਜ਼ਾ ਵਿੱਚ ਤੁਰ ਰਹੇ ਨੇ, ਜਿਨ੍ਹਾਂ ਨੇ ਰੱਬੀ ਗੁਣ ਅੰਦਰ ਲੱਦੇ ਹੋਏ ਨੇ, ਉਹ ਇੰਨੇ ਵਿਸ਼ਵਾਸੀ ਹੁੰਦੇ ਨੇ। ਉਹਨਾਂ ਨੂੰ ਵਿਸ਼ਵਾਸ ਹੁੰਦਾ ਹੈ ਕਿ ਇਹ ਜਿਹੜੇ ਆਤਮਕ ਮੌਤ ਹੈ, ਮੈਂ ਨਹੀਂ ਮਰਾਂਗਾ, ਮੇਰੇ ਉੱਤੇ ਮਤਲਬ ਐਸਾ ਕੁਛ ਨਹੀਂ ਕਿ ਮੈਨੂੰ ਇਹ ਚੀਜ਼ਾਂ ਝੁਕਾ ਦੇਣ। ਤੇ ਹਕੀਕਤ ਹੈ, ਆਪ ਵੇਖਦੇ ਹੋ, ਇਤਿਹਾਸ ਨੂੰ ਪੜ੍ਹ ਕੇ ਦੇਖੋ, ਕਿੰਨੇ ਸਾਰੇ ਲੋਕ ਐਸੇ ਨੇ ਜਿਨ੍ਹਾਂ ਨੂੰ ਡੁਲਾਉਣ ਦਾ ਯਤਨ ਕੀਤਾ ਗਿਆ, ਉਹਨਾਂ ਨੂੰ ਆਰਿਆਂ ਨਾਲ ਬੇਸ਼ੱਕ ਚੀਰ ਦਿੱਤਾ, ਪਰ ਉਹ ਲੋਕ ਡੋਲੇ ਨਹੀਂ। ਤਾਂ ਇਹਨਾਂ ਵਿਸ਼ਵਾਸ ਹੋਣਾ ਚਾਹੀਦਾ ਬੰਦੇ ਤੇ, ਬੰਦੇ ਨੂੰ ਆਪਣੇ ਆਪ ਤੇ। ਪਰ ਇਹ ਵਿਸ਼ਵਾਸ ਤਾਂ ਬਣੇਗਾ ਜੇ ਬੰਦਾ ਗੁਰੂ ਦੀ ਪਾਵਨ ਬਾਣੀ ਮੁਤਾਬਕ ਜ਼ਿੰਦਗੀ ਜੀਵੇਗਾ। ਤੇ ਜੇ ਬੰਦਾ ਉਹਨਾਂ ਜੰਜਾਲਾਂ ਵਿੱਚ ਹੀ ਪਿਆ ਹੋਇਆ ਹੈ, ਜਿਨ੍ਹਾਂ ਜੰਜਾਲਾਂ ਦੇ ਅੰਦਰ ਆਮ ਦੁਨੀਆ ਹੈ, ਤਾਂ ਇਹਦੇ ਤੋਂ ਬਚਣਾ ਔਖਾ ਹੈ। ਤਜੀਲੇ ਸਰਬ ਜੰਜਾਲ, ਮੈਂ ਸਾਰੇ ਜੰਜਾਲ ਛੱਡ ਦਿੱਤੇ ਨੇ। ਜੈਸਾ ਰੰਗ ਕਸੁੰਭ ਕਾ ਤੈਸਾ ਇਹ ਸੰਸਾਰ। ਕਸੁੰਭ ਦਾ ਮਤਲਬ ਕਸੁੰਭੇ ਦਾ ਫੁੱਲ, ਜਿਹੜਾ ਵੇਖਣ ਨੂੰ ਬੜਾ ਸ਼ੋਕ ਹੁੰਦਾ ਹੈ, ਬੜਾ ਰੰਗਦਾਰ ਲਾਲ ਹੁੰਦਾ ਹੈ, ਪਰ ਉਹਦਾ ਰੰਗ ਬੜਾ ਫਿੱਕਾ ਹੈ, ਥੋੜੀ ਦੇਰ ਵਿੱਚ ਲਹਿ ਜਾਂਦਾ ਹੈ। ਇੱਕ ਹੈ ਮਜੀਠ ਦਾ ਰੰਗ। ਮਜੀਠ ਦਾ ਰੰਗ ਬੜਾ ਪੱਕਾ ਹੈ, ਉਹ ਫਿੱਕਾ ਨਹੀਂ ਪੈਂਦਾ। ਤਾਂ ਗੁਰੂ ਜੀ ਕਹਿੰਦੇ ਨੇ ਇਹ ਜਿਹੜਾ ਜਗਤ ਦਾ ਮੋਹ ਹੈ ਨਾ, ਮੈਨੂੰ ਸਮਝ ਆ ਗਿਆ ਕਿ ਇਹ ਕਸੁੰਭੇ ਦੇ ਰੰਗ ਵਰਗਾ ਹੈ। ਜਿੰਨੇ ਵੀ ਅਵਿਸ਼ੇ ਵਿਕਾਰ ਨੇ, ਇਹਨਾਂ ਦਾ ਰੰਗ ਕਸੁੰਭੇ ਦੇ ਰੰਗ ਵਰਗਾ ਹੈ। ਸ਼ੋਕ ਨੇ, ਦਿਸਦੇ ਚੰਗੇ ਨੇ, ਪਰ ਇਹਨਾਂ ਦਾ ਰੰਗ ਫਿੱਕਾ ਹੈ, ਇਹਨਾਂ ਚੋਂ ਖੁਸ਼ੀ ਪੈਦਾ ਹੁੰਦੀ ਨਹੀਂ। ਈਰਖਾ ਦਵੇਸ਼ ਕਰਕੇ ਵੇਖ ਲਓ, ਚੁਗਲੀਆਂ ਕਰਕੇ ਲੱਗਦੀਆਂ ਤੇ ਤੁਹਾਨੂੰ ਚੰਗੀਆਂ ਨੇ, ਤੇ ਆ ਕਿਸੇ ਦੀ ਮਿੱਟੀ ਕੁੱਟੀ ਇਹ ਤੇ ਬੜਾ ਚੰਗਾ ਲੱਗਦਾ ਹੈ ਨਾ, ਪਰ ਇਹ ਕਿੰਨੀ ਕੁ ਦੇਰ ਖੁਸ਼ੀ ਰਹਿੰਦੀ ਹੈ। ਕਿਸੇ ਨੂੰ ਜਦੋਂ ਪਤਾ ਲੱਗੇਗਾ ਫਿਰ ਬੇਪਤੀ ਹੁੰਦੀ ਹੈ ਨਾ, ਸ਼ਰਮਸਾਰ ਹੋਣਾ ਪੈਂਦਾ। ਤਾਂ ਭਗਤ ਰਵਿਦਾਸ ਜੀ ਕਹਿੰਦੇ ਨੇ ਸੰਸਾਰ ਦੇ ਜਿਹੜੇ ਵਿਸ਼ੇ ਵਿਕਾਰ ਨੇ, ਜਿਹੜੇ ਤੁਹਾਨੂੰ ਬੜੇ ਚੰਗੇ ਲੱਗ ਰਹੇ ਨੇ, ਇਹ ਸ਼ੋਕ ਰੰਗ ਲਹਿ ਜਾਣ ਵਾਲਾ ਹੈ, ਫਿੱਕਾ ਹੈ, ਬਿੰਸ ਜਾਣ ਵਾਲਾ ਹੈ। ਇਸ ਲਈ ਮੇਰਾ ਇਹਨਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ।
मेरे रमैये रंग मजीठ का कहो रविदास चमार। ਭਗਤ ਰਵਿਦਾਸ ਜੀ ਕਹਿੰਦੇ ਨੇ ਜੋ ਮੇਰਾ ਸੋਹਣਾ ਪ੍ਰਭੂ ਹੈ, ਮੇਰਾ ਸੋਹਣਾ ਰੱਬ ਹੈ, ਉਹਦਾ ਜਿਹੜਾ ਰੰਗ ਹੈ, ਉਹਦਾ ਜਿਹੜਾ ਪਿਆਰ ਦਾ ਰੰਗ ਹੈ, ਉਹ ਮਜੀਠ ਦਾ ਰੰਗ ਹੈ, ਉਹ ਕਦੇ ਲੈਂਦਾ ਨਹੀਂ। ਮੇਰੇ ਤੇ ਉਹ ਰੰਗ ਚੜਿਆ ਹੈ ਜਿਹੜਾ ਰਮਈਏ ਦਾ ਪੱਕਾ ਰੰਗ ਹੈ, ਮਜੀਠ ਦਾ ਰੰਗ ਹੈ, ਜਿਸ ਰੰਗ ਨੇ ਕਦੇ ਲੈਣਾ ਹੀ ਨਹੀਂ, ਜਿਸ ਰੰਗ ਦੇ ਉਤਰਨ ਦਾ ਕੋਈ ਖਤਰਾ ਨਹੀਂ ਹੈ। ਪ੍ਰਭੂ ਦੇ ਪਿਆਰ ਅੰਦਰ ਇੱਕ ਵਾਰ ਜੇ ਕੋਈ ਰੰਗਿਆ ਜਾਏ ਨਾ, ਫਿਰ ਉਹ ਪਿਆਰ ਦਾ ਰੰਗ ਉਤਰਦਾ ਨਹੀਂ, ਸੱਚ ਦਾ ਰੰਗ ਉਤਰਦਾ ਨਹੀਂ। ਇਸ ਲਈ ਭਗਤ ਰਵਿਦਾਸ ਜੀ ਸਾਨੂੰ ਸਮਝਾ ਰਹੇ ਨੇ ਕਿ ਪਿਆਰਿਓ, ਪ੍ਰਭੂ ਮਿਲਾਪ ਦਾ ਜੋ ਰਾਹ ਹੈ, ਸਤ ਸੰਤੋਖ ਦਇਆ ਧਰਮ ਧੀਰਜ ਦਾ ਰਾਹ ਜਿਹੜਾ ਹੈ, ਇਹ ਔਖਾ ਹੈ। ਜਿਵੇਂ ਪਹਾੜੀ ਰਾਸਤਾ ਹੁੰਦਾ ਹੈ, ਜਿਵੇਂ ਪਹਾੜੀ ਰਾਸਤੇ ਤੇ ਕਮਜ਼ੋਰ ਬੈਲ ਬਹੁਤ ਜ਼ਿਆਦਾ ਸਮਾਨ ਚੁੱਕ ਕੇ ਉੱਤੇ ਤੱਕ ਨਹੀਂ ਜਾ ਸਕਦਾ, ਇਸੇ ਤਰ੍ਹਾਂ ਜਿਹੜਾ ਕਮਜ਼ੋਰ ਮਨ ਵਾਲਾ ਬੰਦਾ ਹੈ, ਜਿਸ ਦੇ ਅੰਦਰ ਵਿਲ ਪਾਵਰ ਨਹੀਂ ਹੈ, ਜਿਸ ਦੇ ਅੰਦਰ ਉਤਸ਼ਾਹ ਹੀ ਨਹੀਂ ਹੈ, ਜਿਹੜਾ ਮਨ ਹੀ ਕਮਜ਼ੋਰ ਹੈ, ਤਾਂ ਉਹ ਕਿਵੇਂ ਇਹਨਾਂ ਚੜਾਈਆਂ ਨੂੰ ਚੜੇਗਾ। ਇਸ ਲਈ ਜੇ ਤੁਸੀਂ ਚਾਹੁੰਦੇ ਹੋ ਕਿ ਐਸੀ ਆਤਮਿਕ ਜ਼ਿੰਦਗੀ ਜੀਵੀ ਜਾਏ, ਤਾਂ ਰੱਬੀ ਰਜ਼ਾ ਭਾਣੇ ਦੇ ਵਿੱਚ ਤੁਰੋ ਔਰ ਰੱਬੀ ਗੁਣਾਂ ਦੇ ਧਾਰਨੀ ਹੋਵੋ, ਤੇ ਨਾਲ ਐਸੇ ਇਨਸਾਨਾਂ ਦੀ ਸੰਗਤ ਕਰੋ, ਯਾਨੀ ਮਾੜੀ ਸੰਗਤ ਨੂੰ ਛੱਡ ਕੇ ਚੰਗੀ ਸੰਗਤ ਵਿੱਚ ਆਓ, ਆਪਣੇ ਅੰਦਰ ਵਿਲ ਪਾਵਰ ਪੈਦਾ ਕਰੋ, ਆਪਣੀ ਜ਼ਿੰਦਗੀ ਦਾ ਗੋਲ ਬਣਾਓ, ਪ੍ਰਭੂ ਦੇ ਚਰਨਾਂ ਵਿੱਚ ਅਰਦਾਸ ਕਰੋ, ਆਪਣੇ ਆਪ ਨੂੰ ਇਸ ਪੱਕੇ ਰੰਗ ਦੇ ਨਾਲ ਰੰਗ ਕੇ ਔਰ ਪ੍ਰਭੂ ਦੇ ਅੰਦਰ ਅਪੇਧ ਹੋ ਜਾਓ। ਗੌੜੀ ਪੂਰਬੀ ਰਵਿਦਾਸ ਜੀਓ, ਇੱਕ ਓੰਕਾਰ ਸਤ ਗੁਰ ਪ੍ਰਸਾਦ। ਇੱਕ ਓੰਕਾਰ ਤੋਂ ਭਾਵ ਇੱਕ ਸਰਬ ਵਿਆਪਕ ਪਰਮ ਸਤਿਆ, ਸਤ ਤੋਂ ਭਾਵ ਸदैव, ਇੱਕ ਓੰਕਾਰ ਤੋਂ ਭਾਵ ਇੱਕ ਸਰਬ ਵਿਆਪਕ ਪਰਮ ਸਤਿਆ, ਜਿਸ ਕਰਕੇ ਉਤਪਤੀ ਲੈਤਾ ਪਾਲਣਾ ਔਰ ਸੰਚਾਲਨ ਹੋ ਰਿਹਾ ਹੈ। ਆਦਿਸਤਾ ਜਗਤ ਜਿਸ ਦਾ ਪ੍ਰਤੱਖ ਰੂਪ ਹੈ। ਸਤ ਦਾ ਮਤਲਬ ਸदैव, ਗੁਰ ਪ੍ਰਸਾਦ ਤੋਂ ਭਾਵ ਕਿ ਐਸੇ ਪ੍ਰਭੂ ਦੇ ਨਾਲ ਗੁਰੂ ਦੀ ਕਿਰਪਾ ਰਾਹੀਂ ਸੰਬੰਧ ਬਣਦਾ ਹੈ। ਕੂਪ ਭਰਿਓ ਜੈਸੇ ਦਾਦਿਰਾ, ਕਛ ਦੇਸ਼ ਵਿਦੇਸ਼ ਨਾ ਬੂਝ। ਇਹਨੂੰ ਦਾਦਰਾ ਨਹੀਂ ਪੜਨਾ, ਦਾਦਿਰਾ, ਦੱਦੇ ਨਾਲ ਥੋੜੀ ਜਿਹੀ ਸਿਹਾਰੀ ਦੀ ਆਵਾਜ਼, ਬਿਹਾਰੀ ਵੀ ਨਾ ਬਣ ਜਾਏ, ਦਾਦੀਰਾ ਵੀ ਨਾ ਹੋ ਜਾਏ ਤੇ ਦਾਦਰਾ ਵੀ ਨਾ ਹੋ ਜਾਏ, ਦਾਦਿਰਾ। ਕੂਪ ਭਰਿਓ ਜੈਸੇ ਦਾਦਿਰਾ, ਕਛ ਦੇਸ਼ ਵਿਦੇਸ਼ ਨਾ ਬੂਝ। ਕੂਪ ਦਾ ਮਤਲਬ ਖੂਹ, ਭਰਿਓ ਦਾ ਮਤਲਬ ਪਾਣੀ ਨਾਲ ਭਰਿਆ ਹੋਇਆ, ਦਾਦਿਰਾ ਦਾ ਮਤਲਬ ਡੱਡੂ, ਵਿਦੇਸ਼ ਦਾ ਮਤਲਬ ਪ੍ਰਦੇਸ਼, ਬੂਝ ਦਾ ਮਤਲਬ ਸਮਝ ਵਾਕਫੀਅਤ। ਜਿਵੇਂ ਪਾਣੀ ਦੇ ਭਰੇ ਖੂਹ ਦੇ ਅੰਦਰ ਡੱਡੂ ਹੁੰਦਾ ਹੈ, ਤੇ ਪਾਣੀ ਦੇ ਅੰਦਰ ਜੋ ਭਰੇ ਹੋਏ ਖੂਹ ਵਿੱਚ ਜੋ ਡੱਡੂ ਹੈ, ਉਹਨੂੰ ਦੇਸ਼ ਵਿਦੇਸ਼ ਦੀ ਕੋਈ ਸਮਝ ਨਹੀਂ ਹੁੰਦੀ। ਮਤਲਬ ਉਹਨੂੰ ਖੂਹ ਤੋਂ ਬਾਹਰ ਦਾ ਪਤਾ ਨਹੀਂ ਕਿ ਖੂਹ ਤੋਂ ਬਾਹਰ ਕੋਈ ਸਮੁੰਦਰ ਵੀ ਹੈ, ਕੋਈ ਚੀਜ਼। ਆਮ ਅਸੀਂ ਇੱਕ ਨਿੱਕੀ ਜਿਹੀ ਕਹਾਣੀ ਸੁਣਦੇ ਆ ਨਾ, ਆਮ ਪ੍ਰਚਾਰਕ ਵੀਰਾਂ ਤੋਂ ਸਮਝ ਵਾਸਤੇ, ਸਿਰਫ ਹੈ ਤੇ ਕਹਾਣੀ ਕਿ ਕੋਈ ਸਮੁੰਦਰ ਦਾ ਡੱਡੂ ਜਿਹੜਾ ਸੀ ਕਿਤੇ ਖੂਹ ਦੇ ਵਿੱਚ ਚਲਾ ਗਿਆ, ਤੇ ਖੂਹ ਵਾਲੇ ਡੱਡੂ ਨੇ ਪੁੱਛਿਆ ਕਿੱਥੋਂ ਆਇਆ, ਕਹਿਣ ਲੱਗਾ ਸਮੁੰਦਰ ਤੋਂ। ਕਹਿਣ ਲੱਗਾ ਸਮੁੰਦਰ ਕਿੱਡਾ ਵੱਡਾ ਹੈ, ਕਹਿੰਦਾ ਯਾਰ ਬਹੁਤ ਵੱਡਾ ਸਮੁੰਦਰ ਹੈ, ਉਹਦਾ ਤੇ ਕੋਈ ਅੰਤ ਹੀ ਨਹੀਂ। ਤੇ ਡੱਡੂ ਨੇ ਥੋੜੀ ਜਿਹੀ ਛਲਾਂਗ ਲਗਾਈ, ਕਹਿੰਦਾ ਐਡਾ ਵੱਡਾ ਹੈ, ਤੇ ਸਮੁੰਦਰ ਵਾਲਾ ਡੱਡੂ ਹੱਸਿਆ, ਐਡਾ ਵੱਡਾ ਸਮੁੰਦਰ, ਥੋੜਾ ਸਮੁੰਦਰ ਯਾਰ ਬਹੁਤ ਵੱਡਾ ਹੁੰਦਾ ਹੈ। ਉਹਨੇ ਇੱਕ ਟਪੂਸੀ ਹੋਰ ਮਾਰੀ, ਕਹਿੰਦਾ ਐਡਾ ਵੱਡਾ ਹੈ, ਕਹਿੰਦਾ ਨਹੀਂ ਯਾਰ ਤੇਰੀਆਂ ਟਪੂਸੀਆਂ ਨਹੀਂ ਉਹਨੂੰ ਮਿਲ ਸਕਦੀਆਂ, ਬਹੁਤਾ ਵੱਡਾ ਹੈ। ਉਹਨੇ ਤੀਜੀ ਟਪੂਸੀ ਮਾਰੀ ਤੇ ਖੂਹ ਦੇ ਪਰਲੇ ਕਿਨਾਰੇ ਚਲਾ ਗਿਆ, ਕਹਿੰਦਾ ਇੰਨਾ ਵੱਡਾ ਹੈ। ਉਹ ਕਹਿੰਦਾ ਨਹੀਂ ਯਾਰ ਸਮੁੰਦਰ ਦਾ ਉਹ ਕਹਿੰਦਾ ਫਿਰ ਇਸ ਤੋਂ ਵੱਡਾ ਤੇ ਹੋ ਹੀ ਨਹੀਂ ਸਕਦਾ, ਖੂਹ ਤੋਂ ਵੱਡਾ ਨਹੀਂ ਹੋ ਸਕਦਾ, ਕਿਉਂਕਿ ਉਹਦਾ ਦਾਇਰਾ ਉਹਨਾਂ ਕੁ ਹੈ ਨਾ, ਉਹਨੂੰ ਉਸ ਤੋਂ ਬਾਅਦ ਪਤਾ ਹੀ ਨਹੀਂ ਹੈ ਕੋਈ। ਜਿਵੇਂ ਪਾਣੀ ਦੇ ਭਰੇ ਖੂਹ ਦੇ ਅੰਦਰ ਡੱਡੂ ਹੁੰਦਾ ਹੈ, ਤੇ ਉਸ ਡੱਡੂ ਨੂੰ ਖੂਹ ਤੋਂ ਬਾਹਰ ਦਾ ਕੁਝ ਨਹੀਂ ਭਰਿਆ ਪਤਾ ਹੁੰਦਾ। ਭਗਤ ਰਵਿਦਾਸ ਜੀ ਕਹਿੰਦੇ ਨੇ, ਐਸੇ ਮੇਰਾ ਮਨ ਵਿਖਿਆ ਬਿਮੋਹਿਆ, ਕਛ ਆਰਾ ਪਾਰ ਨਾ ਸੂਝ। ਐਸੇ ਦਾ ਮਤਲਬ ਇਸੇ ਤਰ੍ਹਾਂ, ਵਿਖਿਆ ਦਾ ਮਤਲਬ ਮਾਇਆ, ਬਿਮੋਹਿਆ ਦਾ ਮਤਲਬ ਚੰਗੀ ਤਰ੍ਹਾਂ ਮੋਇਆ ਹੋਇਆ, ਚੰਗੀ ਤਰ੍ਹਾਂ ਖਚਤ। ਆਰਾ ਪਾਰ ਦਾ ਮਤਲਬ ਉਰਲਾ ਤੇ ਪਰਲਾ ਬੰਨਾ, ਸੂਝ ਨਾ ਸੂਝ ਦਾ ਮਤਲਬ ਸੁੱਝਦਾ ਨਹੀਂ। ਇਸੇ ਤਰ੍ਹਾਂ ਮੇਰਾ ਮਨ ਮਾਇਆ ਦੇ ਖੂਹ ਵਿੱਚ ਇੰਨਾ ਚੰਗੀ ਤਰ੍ਹਾਂ ਫਸਿਆ ਹੋਇਆ ਹੈ ਕਿ ਇਹਨੂੰ ਮਾਇਆ ਦੇ ਮੋਹ ਦੇ ਖੂਹ ਚੋਂ ਨਿਕਲਣ ਦਾ ਕੋਈ ਪਾਰਲਾ ਰਾਸਤਾ ਦਿਸਦਾ ਹੀ ਨਹੀਂ, ਇਹਨੂੰ ਦੂਜਾ ਬੰਨਾ ਦਿਸਦਾ ਹੀ ਨਹੀਂ ਕਿ ਇਸ ਮਾਇਆ ਵਾਲੀ ਸੋਚ ਤੋਂ ਬਾਹਰ ਵੀ ਕੁਛ ਹੈ। ਜਿਵੇਂ ਖੂਹ ਦਾ ਡੱਡੂ ਹੈ ਨਾ, ਖੂਹ ਦੇ ਵਿੱਚ ਹੀ ਹੈ, ਉਹਨੂੰ ਬਾਹਰ ਦਾ ਪਤਾ ਹੀ ਕੁਛ ਨਹੀਂ ਵੀ ਬਾਹਰ ਵੀ ਕੁਛ ਹੈ।
ਐਵੇਂ ਜਿਹਦਾ ਮਨ ਵਿਕਾਰਾਂ ਵਿੱਚ ਵਿਖਿਆ ਦਾ ਮਤਲਬ ਮਾਇਆ ਦੇ ਵਿੱਚ ਖਚਤ ਹੈ ਨਾ, ਉਹਨੂੰ ਪਤਾ ਹੀ ਨਹੀਂ ਹੈ ਕਿ ਇਹ ਸੋਚ ਤੋਂ ਬਾਹਰ ਵੀ ਕੁਝ ਸੋਚ ਹੈ। ਹੁਣ ਮਾਇਆ ਕੀ ਹੈ, ਇਹਨੂੰ ਅਸੀਂ ਚੰਗੀ ਤਰ੍ਹਾਂ ਸਮਝਦੇ ਹਾਂ, ਔਰ ਇਹ ਕਰੀਬ ਕਰੀਬ 1-2 ਵਾਰੀ ਮੈਂ ਰੋਜ਼ ਰਿਪੀਟ ਕਰ ਰਿਹਾ। ਮਾਇਆ ਇੱਕ ਮੈਂਟੈਲਿਟੀ ਦਾ ਨਾਮ ਹੈ, ਸੋਚ। ਉਹ ਸੋਚ ਜੋ ਸਾਨੂੰ ਇੱਕ ਦੂਜੇ ਵਿੱਚ ਰੱਬ ਨਹੀਂ ਵੇਖਣ ਦਿੰਦੀ, ਰੱਬ ਵਰਗਾ ਵਿਹਾਰ ਨਹੀਂ ਕਰਨ ਦਿੰਦੀ। ਉਹ ਸੋਚ ਜੋ ਸਾਡੇ ਅੰਦਰ ਸੈਲਫਿਸ਼ਨੈਸ ਪੈਦਾ ਕਰਦੀ ਹੈ। ਉਹ ਸੋਚ ਜੋ ਬੰਦੇ ਨੂੰ ਅੰਦਰੋਂ ਹੋਰ ਤੇ ਬਾਹਰੋਂ ਹੋਰ ਬਣਾਉਂਦੀ ਹੈ। ਉਹ ਸੋਚ ਜੋ ਬੰਦੇ ਦੇ ਅੰਦਰ ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ। ਹੁਣ ਜਿਹਦਾ ਮਨ ਇਸ ਸੋਚ ਦੇ ਅੰਦਰ ਫਸਿਆ ਹੋਇਆ ਹੈ ਤੇ ਉਹਨੂੰ ਬਾਹਰ ਦਿਸਦਾ ਹੀ ਨਹੀਂ ਕਿ ਯਾਰ ਪਿਆਰ ਵੀ ਕੀਤਾ ਜਾ ਸਕਦਾ ਹੈ, ਇੱਕ ਦੂਜੇ ਨਾਲ ਰੱਬ ਵਰਗਾ ਵਿਹਾਰ ਵੀ ਕੀਤਾ ਜਾ ਸਕਦਾ ਹੈ, ਇੱਕ ਦੂਜੇ ਨਾਲ ਰੱਬ ਵਰਗਾ ਪਿਆਰ ਵਿਹਾਰ ਕੀਤਾ ਜਾ ਸਕਦਾ ਹੈ, ਅੰਦਰੋਂ ਬਾਹਰੋਂ ਮਨ ਬਚਨ ਕਰਮ ਕਰਕੇ ਸੱਚੇ ਹੋਇਆ ਜਾ ਸਕਦਾ ਹੈ, ਸੁਖ ਸ਼ਾਂਤੀ ਵਾਲੀ ਜ਼ਿੰਦਗੀ ਜੀਵੀ ਜਾ ਸਕਦੀ ਹੈ, ਸਤ ਸੰਤੋਖ ਦਇਆ ਧਰਮ ਧੀਰਜ ਦੇ ਧਾਰਨੀ ਹੋਇਆ ਜਾ ਸਕਦਾ ਹੈ, ਰੱਬ ਵਰਗੇ ਵੀ ਬਣਿਆ ਜਾ ਸਕਦਾ ਹੈ। ਇਹ ਪੋਸੀਬਿਲਿਟੀ ਹਰ ਇੱਕ ਦੇ ਅੰਦਰ ਹੈ। ਪਰ ਜਿਵੇਂ ਖੂਹ ਦਾ ਡੱਡੂ ਫਸਿਆ ਹੁੰਦਾ ਨਾ ਖੂਹ ਵਿੱਚ, ਤੇ ਉਹਨੂੰ ਬਾਹਰ ਕੁਛ ਨਹੀਂ ਦਿਸਦਾ, ਉਹ ਕਹਿੰਦਾ ਇਸ ਤੋਂ ਬਾਹਰ ਕੁਛ ਹੈ ਨਹੀਂ। ਇਸੇ ਤਰ੍ਹਾਂ ਇਸ ਮਾਇਆ ਵਾਲੀ ਸੋਚ ਦੇ ਅੰਦਰ ਫਸਿਆ ਹੋਇਆ ਬੰਦਾ ਇਹ ਸੋਚਦਾ ਕਿ ਇਸ ਤੋਂ ਬਾਹਰ ਕੁਛ ਵੀ ਨਹੀਂ ਹੈ। ਉਹਨੂੰ ਪਾਰ ਤੋਂ ਪਾਰ, ਪਰੇ ਤੋਂ ਪਰੇ ਫੈਲਿਆ ਹੋਇਆ ਬ੍ਰਹਿਮੰਡ ਔਰ ਅਨੰਤ ਗੁਣ ਔਰ ਅਨੰਤ ਸੰਭਾਵਨਾਵਾਂ ਨਜ਼ਰੀ ਹੀ ਨਹੀਂ ਪੈਂਦੀਆਂ। ਉਹਨੂੰ ਇਸ ਗੱਲ ਬਾਰੇ ਗਿਆਨ ਹੀ ਨਹੀਂ ਹੈ, ਉਹਨੂੰ ਇਸ ਗੱਲ ਬਾਰੇ ਸਮਝ ਹੀ ਨਹੀਂ ਹੈ। ਮਨ ਇਹਨਾਂ ਵਿਸ਼ੇ ਵਿਕਾਰਾਂ ਦੇ ਵਿੱਚ ਖਚਤ ਹੋਇਆ ਹੋਇਆ ਹੈ। ਔਰ ਜਦੋਂ ਅਸੀਂ ਆਪਣੀ ਜ਼ਿੰਦਗੀ ਵੱਲ ਵੇਖਦੇ ਹਾਂ ਇਮਾਨਦਾਰੀ ਦੇ ਨਾਲ, ਤੇ ਹੈ ਤੇ ਹਕੀਕਤ ਆਮ ਜੋ ਬੰਦਾ ਹੈ ਉਹ ਈਰਖਾ ਦਵੇਸ਼ ਵੈਰ ਵਿਰੋਧ ਦੇ ਅੰਦਰ ਹੀ ਫਸਿਆ ਹੋਇਆ ਹੈ, ਜਾਤੀਵਾਦ ਦੇ ਅੰਦਰ, ਕਰਮ ਕਾਂਡਾਂ ਦੇ ਅੰਦਰ। ਜੇ ਧਾਰਮਿਕ ਦੁਨੀਆ ਵਿੱਚ ਵੇਖੀਏ ਤੇ ਲੋਕ ਇੱਥੋਂ ਤੱਕ ਹੀ ਫਸੇ ਨੇ ਬਹੁਤੇ ਵੀ ਤੀਰਥਾਂ ਤੇ ਨਹਾ ਲਓ, ਪਾਠ ਕਰ ਲਓ, ਕਰਾ ਲਓ, ਪੂਜਾ ਪਾਠ ਕਰ ਲਓ, ਧੂਫਾਂ ਖਾ ਲਓ, ਥੋੜਾ ਜਿਹਾ ਰੱਬ ਜੀ ਨੂੰ ਭੋਗ ਲਵਾ ਲਓ, ਤੇ ਵਰਤ ਰੱਖ ਲਓ, ਸਰਾਧ ਕਰ ਲਓ, ਨਰਾਤੇ ਰੱਖ ਲਓ, ਲੋਹੜੀ ਮਨਾ ਲਓ, ਹੋਲੀ ਮਨਾ ਲਓ, ਦੀਵਾਲੀ ਮਨਾ ਲਓ, ਤੀਰਥਾਂ ਤੇ ਜਾ ਆਓ, ਪੈਦਲ ਯਾਤਰਾ ਕਰ ਲਓ, ਥੋੜੀਆਂ ਜਿਹੀਆਂ ਸਮਾਧੀਆਂ ਲਾ ਲਓ, ਮੈਡੀਟੇਸ਼ਨ ਕਰ ਲਓ। ਇੱਥੇ ਉਲਝੇ ਹੋਏ ਨੇ। ਇਸੇ ਤਰ੍ਹਾਂ ਦਾਜ ਦਹੇਜ, ਭਰੂਣ ਹੱਤਿਆ, ਦੂਜੇ ਤੀਜੇ ਵਿਸ਼ੇ ਵਿਕਾਰ, ਰਿਸ਼ਵਤਖੋਰੀ, ਚੋਰ ਬਜ਼ਾਰੀ, ਇਹਨਾਂ ਕੰਮਾਂ ਵਿੱਚ ਉਲਝੇ ਨੇ ਲੋਕ। ਚੰਦ ਲੋਕ ਨੇ ਜੋ ਇਹਨਾਂ ਸੀਮਾਵਾਂ ਤੋਂ ਬਾਹਰ ਆਉਂਦੇ ਨੇ ਔਰ ਉਹ ਫਿਰ ਵਿਸ਼ਾਲਤਾ ਨੂੰ ਵੇਖਦੇ ਨੇ ਕਿ ਯਾਰ ਦੁਨੀਆ ਤੇ ਹੋਰ ਵੀ ਹੈ, ਇਹ ਸੋਚ ਤੋਂ ਬਾਹਰ ਵੀ ਮੇਰੀ ਸੋਚ ਹੈ। ਮੈਂ ਤਾਂ ਬੇਗਮਪੁਰੇ ਦਾ ਵਾਸੀ ਹੋ ਸਕਦਾ ਹਾਂ, ਜੋ ਆਪਾਂ ਪਿਛਲੇ ਸੈਚਰਡੇ ਵਿਚਾਰਿਆ ਸੀ ਨਾ ਸ਼ਬਦ, ਬੇਗਮਪੁਰਾ ਸ਼ਹਿਰ ਕੋ ਨਾਉ। ਮੇਰੇ ਅੰਦਰ ਤੇ ਉਹ ਸੰਭਾਵਨਾਵਾਂ ਹੀ, ਔਰ ਸਾਡੇ ਸਾਰਿਆਂ ਦੇ ਅੰਦਰ ਇਹ ਸੰਭਾਵਨਾਵਾਂ ਨੇ। ਅਸੀਂ ਐਸੇ ਹੋ ਸਕਦੇ ਹਾਂ, ਪਰ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਦੇ ਵਿੱਚ ਫਸੇ ਹੋਏ ਹਾਂ, ਉਸ ਖੂਹ ਦੇ ਡੱਡੂ ਦੀ ਤਰ੍ਹਾਂ। ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ਼ ਦਿਖਾਏ ਜੀ। ਸਗਲ ਭਵਨ ਦਾ ਮਤਲਬ ਜਿੰਨਾ ਵੀ ਆ ਸਾਰਾ ਸੰਸਾਰ ਹੈ, ਇਹਦਾ ਮਾਲਕ ਤੂੰ ਹੈ ਪ੍ਰਭੂ। हे ਸਾਰੇ ਸੰਸਾਰ ਦੇ ਮਾਲਕ, ਮੈਨੂੰ ਇੱਕ ਛਿਨ ਵਾਸਤੇ ਦਰਸ਼ਨ ਦੇ, ਮੈਨੂੰ ਇੱਕ ਪਲ ਵਾਸਤੇ ਐਸੀ ਸੂਝ ਬਖਸ਼ ਕਿ ਮੈਂ ਵੀ ਆਪਣੀ ਇਸ ਸੀਮਿਤ ਸੋਚ ਦੇ ਵਿੱਚੋਂ ਬਾਹਰ ਆਵਾਂ। ਮੈਂ ਵੀ ਹਰ ਇਨਸਾਨ ਦੇ ਅੰਦਰ ਰੱਬ ਨੂੰ ਵੇਖ ਸਕਾਂ, ਮੈਂ ਵੀ ਹਰ ਇਨਸਾਨ ਦੇ ਨਾਲ ਰੱਬ ਵਰਗਾ ਪਿਆਰ ਸਤਿਕਾਰ ਕਰ ਸਕਾਂ, ਮੈਂ ਵੀ ਐਸੀ ਜ਼ਿੰਦਗੀ ਜੀ ਸਕਾਂ। ਮੈਨੂੰ ਵੀ ਐਸਾ ਸੋਚ ਬਖਸ਼, ਮੈਨੂੰ ਵੀ ਐਸਾ ਦਰਸ਼ਨ ਦੇ, ਗਿਆਨ ਦੇ, ਦਾਤ ਦੇ, ਮੈਂ ਤੈਨੂੰ ਵੇਖ ਸਕਾਂ, ਹਰ ਇੱਕ ਜੀਵ ਦੇ ਅੰਦਰ ਵੇਖ ਸਕਾਂ। ਹੁਣ ਅਸੀਂ ਕਹਿ ਤੇ ਸਾਰੇ ਰਹੇ ਹਾਂ, ਸਭ ਮੈਂ ਜੋਤ ਜੋਤ ਐ ਸੋਏ, ਪਰ ਜੋ ਸਾਡੀ ਅਮਲੀ ਜ਼ਿੰਦਗੀ ਹੈ, ਜੋ ਸਾਡੇ ਜੀਵਨ ਦੀ ਰਿਐਲਿਟੀ ਹੈ, ਉਹਦੇ ਬਾਰੇ ਵੀ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅਸੀਂ ਇੱਕ ਦੂਜੇ ਦੇ ਨਾਲ ਰੱਬ ਵਰਗਾ ਪਿਆਰ ਸਤਿਕਾਰ ਕਿੰਨਾ ਕੁ ਕਰਦੇ ਹਾਂ, ਕਿੰਨਾ ਕੁ ਨਹੀਂ ਕਰਦੇ। ਤਾਂ ਹਰ ਬੰਦੇ ਨੂੰ ਆਪਣਾ ਪਤਾ ਹੈ ਨਾ। ਮੈਂ ਤੁਹਾਡੇ ਬਾਰੇ ਨਹੀਂ ਕਹਿ ਸਕਦਾ ਕਿ ਤੁਹਾਡਾ ਬਿਹੇਵੀਅਰ ਕੈਸਾ ਹੈ, ਤੁਸੀਂ ਮੇਰੇ ਬਾਰੇ ਨਹੀਂ ਕਹਿ ਸਕਦੇ ਮੇਰੀ ਮੈਂਟੈਲਿਟੀ ਕੈਸੀ ਹੈ, ਪਰ ਆਪਣੇ ਆਪ ਦਾ ਤਾਂ ਸਾਰਿਆਂ ਨੂੰ ਪਤਾ ਹੈ ਨਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹੇ ਰੱਬਾ ਮੇਰੇ ਤੇ ਵੀ ਰਹਿਮਤ ਕਰ, ਮੈਨੂੰ ਵੀ ਇਸ ਸੀਮਤ ਸੋਚ ਦੇ ਵਿੱਚੋਂ ਘੜੀ ਪਲ ਵਾਸਤੇ ਕੱਢ। ਮੈਂ ਵੀ ਘੜੀ ਪਲ ਵਾਸਤੇ ਤਾਂ ਨਿਕਲਾਂ ਇਸ ਸੋਚ ਦੇ ਵਿੱਚੋਂ, ਮੈਂ ਇਸੇ ਸੋਚ ਵਿੱਚ ਹੀ ਖਚਤ ਹਾਂ। ਅਗਲਾ ਬਚਨ ਭਗਤ ਜੀ ਕਰਦੇ ਨੇ, ਮਲਿਨ ਭਈ ਮਤ ਮਾਧਵਾ ਤੇਰੀ ਗਤ ਲਖੀ ਨਾ ਜਾਏ। ਇਹਨੂੰ ਮਲਨ ਨਹੀਂ ਪੜਨਾ, ਲੱਲੇ ਨਾਲ ਸਿਹਾਰੀ ਹੈ ਮਲਿਨ। ਮਲਿਨ ਦਾ ਮਤਲਬ ਮੈਲੀ, ਮਤ ਦਾ ਮਤਲਬ ਅਕਲ, ਗਤ ਦਾ ਮਤਲਬ ਹਾਲਾਤ, ਲਖੀ ਨਾ ਜਾਏ ਦਾ ਮਤਲਬ ਪਛਾਣੀ ਨਹੀਂ ਜਾਂਦੀ। हे ਮਾਧੋ, हे ਪ੍ਰਭੂ, ਮੇਰੀ ਮਤ ਮਲੀਨ ਹੋ ਗਈ ਹੈ, ਮੇਰੀ ਮਤ ਮੈਲੀ ਹੈ, ਸੋਚ ਮੈਲੀ ਹੈ।
ਇਸ ਲਈ ਮੈਂ ਤੇਰੀ ਉੱਚੀ ਗਤੀ, ਤੇਰੀ ਉੱਚੀ ਹਾਲਾਤ ਨੂੰ ਸਮਝ ਨਹੀਂ ਸਕਦਾ ਕਿ ਤੂੰ ਕਿਹੋ ਜਿਹਾ ਹੈ। ਇਸ ਲਈ ਮੈਂ ਤੇਰੇ ਗੁਣਾਂ ਨੂੰ ਨਹੀਂ ਵੇਖ ਸਕਦਾ ਕਿ ਤੇਰੇ ਗੁਣ ਕਿਹੋ ਜਿਹੇ ਨੇ, ਉਹਨਾਂ ਦਾ ਆਨੰਦ ਕੈਸਾ ਹੈ, ਕਿਉਂਕਿ ਮੱਤ ਮੈਲੀ ਹੈ ਨਾ, ਮੱਤ ਖੋਟੀ ਹੈ। ਤੇ ਖੋਟੀ ਮੱਤ ਦੇ ਨਾਲ ਤਾਂ ਬੰਦਾ ਝੂਠ ਫਰੇਬ ਵੀ ਬੋਲੇਗਾ। ਤੇ ਝੂਠ ਦੇ ਰਸ ਤਾਂ ਸਾਨੂੰ ਪਤਾ ਹੈ, ਲੋਭ ਮੋਹ ਹੰਕਾਰ ਦਾ ਰਸ ਤਾਂ ਆਮ ਜਨਤਾ ਮਾਣ ਰਹੀ ਹੈ ਨਾ, ਦੁੱਖਾਂ ਔਰ ਕਲੇਸ਼ਾਂ ਦੇ ਰੂਪ ਵਿੱਚ, ਪਰੇਸ਼ਾਨੀਆਂ ਦੇ ਰੂਪ ਵਿੱਚ। ਪਰ ਜੇ ਹੁਣ ਸਤ ਸੰਤੋਖ ਦਇਆ ਧਰਮ ਦਾ ਕੋਈ ਧਾਰ ਨਹੀਂ ਹੋਵੇ, ਖੋਟੀ ਮੱਤ ਸਾਫ਼ ਹੋ ਜਾਏ, ਸਾਡੀ ਮੱਤ ਸਹੀ ਫੈਸਲੇ ਲੈ, ਔਰ ਫਿਰ ਬੰਦਾ ਸਤ ਸੰਤੋਖ ਵਾਲੀ ਜ਼ਿੰਦਗੀ ਜੀਵੇ ਤੇ ਫਿਰ ਉਹਦਾ ਰਸ ਮਾਣੇ, ਫਿਰ ਸਾਨੂੰ ਪਤਾ ਲੱਗਣਾ ਕਿ ਸੱਚੀ ਜ਼ਿੰਦਗੀ ਦਾ ਆਨੰਦ ਯਾਰ ਕੈਸਾ ਮਹਾਨ ਹੈ, ਆਸ਼ਚਰਜ ਹੈ, ਵੰਡਰਫੁਲ, ਹੈਰਾਨ ਕਰ ਦੇਣ ਵਾਲਾ। ਕਿੰਨਾ ਮਹਾਨ ਆਨੰਦ ਹੈ। ਇੱਕ ਬੂੰਦ ਸਾਗਰ ਹੋ ਜਾਏ ਤੇ ਕਿੰਨਾ ਕੁ ਆਨੰਦ ਹੈ। ਉਹ ਤਾਂ ਉਹ ਬੂੰਦ ਹੀ ਮਾਣ ਪਾਏਗੀ ਨਾ ਜੋ ਬੂੰਦ ਸਮੁੰਦਰ ਦੇ ਅੰਦਰ ਮਿਲ ਜਾਏਗੀ। ਇਸ ਲਈ ਜੇ ਅਸੀਂ ਪ੍ਰਭੂ ਦੇ ਗੁਣਾਂ ਦਾ ਆਨੰਦ ਨਹੀਂ ਮਾਣ ਪਾਏ, ਜੇ ਅਸੀਂ ਸੁਖ ਸ਼ਾਂਤੀ ਆਨੰਦ ਖੇੜਾ ਪ੍ਰਸੰਨਤਾ ਨਹੀਂ ਮਾਣ ਪਾਏ, ਤਾਂ ਇਟ ਮੀਨਸ ਸਾਡੀ ਮੱਤ ਮੈਲੀ ਹੈ, ਸੋਚ ਦੇ ਅੰਦਰ ਕਿਤੇ ਕਮੀ ਹੈ, ਸੋਚ ਮੈਲੀ ਹੈ। ਤੇ ਜਿੱਥੇ ਸੋਚ ਮੈਲੀ ਹੈ, ਜਿੱਥੇ ਫੈਸਲੇ ਮੈਲੇ ਨੇ, ਉੱਥੇ ਕਰਮ ਵੀ ਮੈਲੇ ਹੋਣਗੇ, ਬਿਹੇਵੀਅਰ ਵੀ ਮੈਲਾ ਹੋਏਗਾ। ਤੇ ਮੈਲੇ ਬਿਹੇਵੀਅਰ ਦੇ ਅੰਦਰੋਂ ਖੁਸ਼ੀ ਪੈਦਾ ਨਹੀਂ ਹੋਏਗੀ, ਇਨਸਾਨੀਅਤ ਪੈਦਾ ਨਹੀਂ ਹੋਏਗੀ। ਕਰਹੋ ਕਿਰਪਾ ਪਰਮ ਚੂਕਈ, ਮੈਂ ਸੁਮਤ ਦੇਹੋ ਸਮਝਾਏ। ਪਰਮ ਦਾ ਮਤਲਬ ਭਟਕਣਾ, ਭੁਲੇਖਾ। ਚੂਕਈ ਦਾ ਮਤਲਬ ਮੁੱਕ ਜਾਏ। ਮੈਂ ਦਾ ਮਤਲਬ ਮੈਨੂੰ। ਸੁਮਤ ਦਾ ਮਤਲਬ ਸੁਚੱਜੀ ਮਤ। ਹੇ ਪ੍ਰਭੂ ਮਿਹਰ ਕਰ, ਮੈਨੂੰ ਚੰਗੀ ਸੁਮਤ ਬਖਸ਼, ਤਾਂ ਕਿ ਮੇਰੀ ਭਟਕਣਾ ਮੁੱਕ ਜਾਏ, ਮੇਰੇ ਭਰਮ ਭੁਲੇਖੇ ਖਤਮ ਹੋ ਜਾਣ, ਮੇਰੇ ਭਰਮ ਭੁਲੇਖੇ ਮੁੱਕ ਜਾਣ, ਮੇਰੇ ਅੰਦਰੋਂ ਭਟਕਣਾ ਮੁੱਕ ਜਾਏ, ਮੈਂ ਸੱਚ ਦੇ ਵਿੱਚ ਟਿਕ ਜਾਵਾਂ। ਭਰਮ ਦਾ ਮਤਲਬ ਹੀ ਭੁਲੇਖਾ ਹੈ। ਹੁਣ ਦੇਖੋ ਕਿੱਡੇ ਵੱਡੇ ਭੁਲੇਖੇ ਦੇ ਵਿੱਚ ਬੰਦਾ ਕਿ ਸ਼ਾਇਦ ਮੈਂ ਕੋਈ ਹੋਰ ਹਾਂ ਤੇ ਰੱਬ ਕੋਈ ਹੋਰ ਹੈ। ਪਰ ਜਿਨ੍ਹਾਂ ਦੇ ਭੁਲੇਖੇ ਨਿਕਲ ਗਏ ਨੇ, ਉਹ ਕਹਿ ਰਹੇ ਨੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਿਕ ਕਟਿਕ ਜਲ ਤਰੰਗ ਜੈਸਾ। ਕਿੰਨੇ ਭੁਲੇਖੇ ਵਿੱਚ ਬੰਦਾ ਕਹਿ ਰਿਹਾ ਹੈ ਸਭ ਮੈਂ ਜੋਤ ਜੋਤ ਹੈ ਸੋਏ, ਕਹਿ ਇਹ ਰਿਹਾ ਹੈ ਤੇ ਨਾਲ ਆਪਣੇ ਨਾਮ ਦੇ ਪਿੱਛੇ ਸਰਨੇਮ ਲਾਈ ਫਿਰਦਾ ਹੈ। ਰੱਬ ਦਾ ਵੀ ਬੰਦਾ ਪੁੱਛੇ ਸਰਨੇਮ ਹੁੰਦਾ ਕੋਈ? ਭੁਲੇਖਾ ਹੀ ਹੈ ਨਾ, ਸਰਨੇਮ ਵਾਲਾ ਭੁਲੇਖਾ ਕਿ ਮੈਂ ਫਲਾਣੀ ਜਾਤ ਦਾ ਬੰਦਾ, ਫਲਾਣਾ ਛੋਟੀ ਜਾਤ ਦਾ ਬੰਦਾ। ਮੇਰ ਤੇਰ ਦੇ ਵਿਤਕਰੇ, ਆਪਣੇ ਪਰਾਏ ਦੇ ਵਿਤਕਰੇ। ਕਿੰਨੇ ਭੁਲੇਖੇ ਦੇ ਵਿੱਚ ਬੰਦਾ ਕਿ ਸ਼ਾਇਦ ਐਸੇ ਕਰਮ ਕਰਨ ਦੇ ਨਾਲ ਮੇਰੀ ਜ਼ਿੰਦਗੀ ਵਿੱਚ ਖੁਸ਼ੀ ਆ ਜਾਏਗੀ। ਸਿਰਫ ਇਹ ਖੋਟੀ ਮੱਤ ਕਰਕੇ ਹੈ। ਸੁਮਤ ਮਿਲ ਜਾਏ, ਕਾਮਨ ਸੈਂਸ ਮਿਲ ਜਾਏ, ਵਿਵੇਕ ਬੁੱਧ ਮਿਲ ਜਾਏ ਤੇ ਬੰਦਾ ਇਹਨਾਂ ਭਰਮ ਭੁਲੇਖਿਆਂ ਦੇ ਵਿੱਚੋਂ ਬਾਹਰ ਨਿਕਲ ਜਾਏ ਔਰ ਇਹ ਮਹਾਨ ਜ਼ਿੰਦਗੀ ਜੀ ਸਕੇ। ਜੋਗੀ ਸਰ ਪਾਵਹਿ ਨਹੀਂ, ਤੋ ਗੁਣ ਕਥਨ ਅਪਾਰ। ਤੋ ਗੁਣ ਦਾ ਮਤਲਬ ਤੇਰੇ ਗੁਣ, ਕਥਨ ਦਾ ਮਤਲਬ ਕਹਿਣਾ, ਅਪਾਰ ਦਾ ਮਤਲਬ ਪਾਰ ਤੋਂ ਰਹਿਤ। ਜੋਗੀ ਸਰ ਦਾ ਮਤਲਬ ਵੱਡੇ ਵੱਡੇ ਜੋਗੀ। ਵੱਡੇ ਵੱਡੇ ਜੋਗੀ ਵੀ ਤੇਰੇ ਗੁਣਾਂ ਦਾ ਅੰਤ ਨਹੀਂ ਪਾ ਸਕਦੇ, ਕਿਉਂਕਿ ਤੇਰੇ ਗੁਣਾਂ ਦਾ ਕਥਨ ਕਰਨਾ ਅੰਤ ਤੋਂ ਪਰੇ ਹੈ। ਕੋਈ ਵੀ ਵੱਡੇ ਵੱਡੇ ਜੋਗੀ ਤੇਰੇ ਗੁਣਾਂ ਦਾ ਕਥਨ ਨਹੀਂ ਕਰ ਸਕੇ, ਕਿਉਂਕਿ ਕਥਨ ਅਪਾਰ, ਤੇਰੇ ਗੁਣਾਂ ਅਪਾਰ ਨੇ ਔਰ ਉਹਨਾਂ ਨੂੰ ਕਥਨ ਕਰਨਾ ਸੰਭਵ ਨਹੀਂ ਹੈ, ਕਥਨ ਤੋਂ ਪਰੇ ਨੇ। ਤੇਰੇ ਗੁਣਾਂ ਦਾ ਅੰਤ ਨਹੀਂ ਪੈਂਦਾ, ਤੇਰੇ ਬ੍ਰਹਿਮੰਡ ਦਾ ਅੰਤ ਨਹੀਂ ਪੈਂਦਾ, ਤੇਰਾ ਅੰਤ ਨਹੀਂ ਪੈਂਦਾ, ਤੂੰ ਅਨੰਤ ਅਨੰਤ ਹੈ। ਪ੍ਰੇਮ ਭਗਤ ਕੈ ਕਾਰਨ ਹੈ, ਕਹੋ ਰਵਿਦਾਸ ਚਮਾਰ। ਭਗਤ ਰਵਿਦਾਸ ਜੀ ਬਖਸ਼ਿਸ਼ ਕਰ ਰਹੇ ਨੇ ਕਿ ਤੂੰ ਪ੍ਰਭੂ ਦੀ ਸਿਫਤ ਸਲਾਹ ਕਰ ਤਾਂ ਕਿ ਤੈਨੂੰ ਪ੍ਰੇਮ ਔਰ ਪ੍ਰਭੂ ਦੀ ਭਗਤੀ ਦੀ ਦਾਤ ਮਿਲੇ। ਪ੍ਰਭੂ ਦੀ ਸਿਫਤ ਸਲਾਹ ਕਰ ਕਿ ਮੈਨੂੰ ਪ੍ਰਭੂ ਦਾ ਪਿਆਰ ਮਿਲ ਜਾਏ। ਮੈਂ ਪ੍ਰਭੂ ਦੀ ਸਿਫਤ ਸਲਾਹ ਕਰ ਰਿਹਾ, ਮੈਨੂੰ ਪ੍ਰਭੂ ਦਾ ਪਿਆਰ ਮਿਲ ਜਾਏ, ਪ੍ਰਭੂ ਦੀ ਰਹਿਮਤ ਮਿਲ ਜਾਏ। ਮੈਂ ਪ੍ਰਭੂ ਤੇਰੇ ਚਰਨਾਂ ਦੇ ਵਿੱਚ ਅਰਦਾਸ ਕਰਨਾ ਵਾ ਕਿ ਮੈਨੂੰ ਪ੍ਰੇਮਾ ਭਗਤੀ ਮਿਲੇ। ਪ੍ਰੇਮਾ ਭਗਤੀ ਦਾ ਮਤਲਬ ਕਿ ਮੈਂ ਤੇਰੇ ਗੁਣਾਂ ਨਾਲ ਪਿਆਰ ਕਰਾਂ, ਤੇਰੀ ਰਜ਼ਾ ਦੇ ਨਾਲ ਪਿਆਰ ਕਰਾਂ, ਤੇਰੇ ਗੁਣਾਂ ਦਾ ਧਾਰਨੀ ਹੋਵਾਂ, ਇਸ ਕਰਕੇ ਮੈਂ ਤੇਰੀ ਚਰਨਾਂ ਦੀ ਸ਼ਰਨ ਵਿੱਚ ਆਇਆ। ਤਾਂ ਸਾਨੂੰ ਪ੍ਰਭੂ ਦੇ ਗੁਣਾਂ ਨਾਲ ਪਿਆਰ ਕਰਨਾ ਚਾਹੀਦਾ ਹੈ, ਰੱਬੀ ਰਜ਼ਾ ਦੇ ਨਾਲ ਪਿਆਰ ਹੋਣਾ ਚਾਹੀਦਾ। ਜੇ ਗੁਣਾਂ ਦੇ ਨਾਲ ਪਿਆਰ ਹੋ ਜਾਏ, ਸਾਰੀ ਦੀ ਸਾਰੀ ਜ਼ਿੰਦਗੀ ਸਫਲ ਹੋ ਜਾਏ। ਗੌੜੀ ਬੈਰਾਗਣ ਇੱਕ ਓੰਕਾਰ ਸਤ ਗੁਰ ਪ੍ਰਸਾਦ। ਇੱਕ ਓੰਕਾਰ ਦਾ ਭਾਵ ਇੱਕ ਸਰਬ ਵਿਆਪਕ ਪਰਮ ਸੱਤਿਆ।
ਜਿਸ ਕਰਕੇ ਉਤਪत्ति लैता पालना संचालन हो रहा है, जो उत्पत्ति लैता पालन और संचालन का मूल है, जो कंटिन्यू है, जिसका आसारा दिसता जगत जिसका प्रतख रूप है। सत का मतलब वो सदैव है, अविनाशी है। गुर प्रसाद का मतलब गुरु की रहमत यानी गुरु के ज्ञान राही ऐसे प्रभु की सूझ मिलती है, हुक्म की सूझ मिलती है, गुणा की सूझ मिलती है। हुण इत्थे एक मनौत जो पुजारी वर्ग की है, भगत रविदास जी उन्हां दी मनौत नूं साडे सामने रख के ते एक बहुत वड्डे वहम और भरम दा खंडन कर रहे हैं। पुजारी दी मनौत सी कि इह संसार दे अंदर 4 युग ने और उन्हां युगां दी जिहड़ी उम्र है वो भी उन्होंने मिथ दिती है कि जो युग है ਉਹਦੀ ਉਮਰ ਇੰਨੀ ਕੁ ਹੁੰਦੀ ਹੈ, ਇੰਨੇ ਸਾਲਾਂ ਬਾਅਦ ਦੂਜਾ ਯੁੱਗ ਬਦਲ ਜਾਂਦਾ ਹੈ, ਫਿਰ ਤੀਜਾ, ਤੇ ਜਦੋਂ ਯੁੱਗ ਬਦਲ ਜਾਏ ਤੇ ਉਦੋਂ ਸਾਰੀ ਦੁਨੀਆ ਬਦਲ ਜਾਂਦੀ ਹੈ। ਗੁਰਮਤ ਨੇ ਇਹਨਾਂ ਚੀਜ਼ਾਂ ਨੂੰ ਪ੍ਰਵਾਨ ਨਹੀਂ ਕੀਤਾ। ਪੁਜਾਰੀ ਨੇ ਮਨੁੱਖਤਾ ਨੂੰ 4 ਹਿੱਸਿਆਂ ਵਿੱਚ ਵੰਡਿਆ, ਬ੍ਰਾਹਮਣ, ਖੱਤਰੀ, ਸ਼ੂਦਰ ਔਰ ਵੈਸ਼। ਜੀਵਨ ਨੂੰ ਵੀ 4 ਹਿੱਸਿਆਂ ਵਿੱਚ ਵੰਡਿਆ, बाल आश्रम, गृहस्थ आश्रम, वानप्रस्थ आश्रम और संन्यास आश्रम। समय ਨੂੰ ਵੀ 4 ਯੁਗਾਂ ਵਿੱਚ ਵੰਡ ਦਿੱਤਾ, ਸਤਯੁਗ, ਤ੍ਰੇਤਾ, ਦੁਆਪਰ ਔਰ ਕਲਯੁਗ ਆਦਿਕ। ਤੇ ਫਿਰ ਇਹਨਾਂ ਵਾਸਤੇ ਹੋਰ ਅੱਗੋਂ ਅਨੇਕਾਂ ਭਰਮ ਔਰ ਵਹਿਮ, ਜਿੰਨੇ ਵੀ ਨਰਕ, ਸਵਰਗ ਆਦਿਕ ਦੇ ਵਹਿਮ ਭਰਮ ਔਰ ਨਰਕਾਂ ਸਵਰਗਾਂ ਦੇ ਵਿੱਚ ਪਾਣ ਵਾਲੇ ਕਰਮ ਤੇ ਉਹਨਾਂ ਕਰਮਾਂ ਨੂੰ ਕੱਟਣ ਵਾਸਤੇ ਅਨੇਕਾਂ ਸਾਰੇ ਸਾਧਨ, ਪਤਾ ਨਹੀਂ ਕਿੰਨਾ ਕੁਛ ਲੰਬਾ ਚੌੜਾ ਜਿਹੜਾ ਹੈ ਸਿਰਜਿਆ। ਔਰ ਇਹ ਸਭ ਪੁਜਾਰੀ ਦੀ ਰੋਜੀ ਰੋਟੀ ਦਾ ਮਸਲਾ ਸੀ। ਅਗਿਆਨਤਾ ਵੀ ਸੀ, ਰੋਜੀ ਰੋਟੀ ਦਾ ਮਸਲਾ ਵੀ ਸੀ, ਔਰ ਇਹ ਚੀਜ਼ਾਂ ਪ੍ਰਚਲਿਤ ਤਾਂ ਹੋ ਗਈਆਂ ਕਿਉਂਕਿ ਮਨੁੱਖ ਆਪ ਗਿਆਨਵਾਨ ਨਹੀਂ ਸੀ। ਜਿਵੇਂ ਜਿਵੇਂ ਗਿਆਨ ਦੇ ਵਿੱਚ ਵਾਧਾ ਹੋਇਆ ਤਿਵੇਂ ਤਿਵੇਂ ਲੋਕ ਇਹਨਾਂ ਚੀਜ਼ਾਂ ਨੂੰ ਛੱਡਦੇ ਚਲੇ ਗਏ। ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ, ਭਗਤ ਸਾਹਿਬਾਨ, ਜਿਨ੍ਹਾਂ ਨੇ ਸੰਸਾਰ ਨੂੰ ਇੱਕ ਨਵੀਂ ਮਹਾਨ ਵੱਡੀ ਦੇਣ ਦਿੱਤੀ, ਨਵੀਂ ਮਹਾਨ ਸੋਚ ਦਿੱਤੀ, ਔਰ ਜਿਹੜੀਆਂ ਗਲਤ ਮਨੌਤਾਂ ਸਨ ਉਹਨਾਂ ਨੂੰ ਸੰਸਾਰ ਦੇ ਸਾਹਮਣੇ ਰੱਖਿਆ। ਹੁਣ ਭਗਤ ਰਵਿਦਾਸ ਜੀ ਕਹਿ ਰਹੇ ਨੇ ਸਤਯੁਗ ਸਤ, ਤੇਤਾ ਜੱਗੀ, ਦੁਆਪਰ ਪੂਜਾ 4। ਤੇ ਇਸ ਸ਼ਬਦ ਦੇ ਜੋ ਮੀਨਿੰਗ ਨੇ ਨਾ, ਉਹ ਆਪ ਨੂੰ ਸ਼ੱਕ ਨਾ ਰਹੇ ਕਿ ਸ਼ਾਇਦ ਮੈਂ ਆਪਣੇ ਕੋਲੋਂ ਕਰ ਰਿਹਾ, ਇਸ ਲਈ ਸੇਮ ਟੂ ਸੇਮ ਜਿਵੇਂ ਭਾਈ ਸਾਹਿਬ ਸਿੰਘ ਜੀ ਦੇ ਟੀਕੇ ਦੇ ਅੰਦਰ ਅਰਥ ਲਿਖੇ ਨੇ ਉਹ ਮੈਂ ਤੁਹਾਨੂੰ ਸੇਮ ਪੜ੍ਹ ਕੇ ਸੁਣਾ ਰਿਹਾ। ਸਤਯੁਗ ਦਾ ਮਤਲਬ ਸਤਯੁਗ ਵਿੱਚ, ਸਤ ਦਾ ਮਤਲਬ ਦਾਨ, ਸ਼ਾਸਤਰਾਂ ਦੀ ਵਿਧੀ ਅਨੁਸਾਰ ਕੀਤੇ ਹੋਏ ਦਾਨ ਆਦਿਕ। ਤੇਤਾ ਜੱਗੀ ਦਾ ਮਤਲਬ ਤ੍ਰੇਤੇ ਯੁਗ ਵਿੱਚ ਜਗਾਂ ਵਿੱਚ ਪ੍ਰਵਿਰਤ ਹੈ। ਦੁਆਪਰ ਦਾ ਮਤਲਬ ਦੁਆਪਰ ਵਿੱਚ, ਪੂਜਾ 4 ਦਾ ਮਤਲਬ ਪੂਜਾ ਅਰਚਨਾ, ਦੇਵਤਿਆਂ ਦੀ ਪੂਜਾ ਆਦਿਕ ਕਰਮ। ਤੇ ਇਸ ਦਾ ਅਰਥ ਕਰ ਰਹੇ ਨੇ ਭਾਈ ਸਾਹਿਬ ਸਿੰਘ ਜੀ, ਜੋ ਲਿਖਦੇ ਨੇ ਸੇਮ ਵਰਡਿੰਗ ਪੜ੍ਹ ਕੇ ਸੁਣਾ ਰਿਹਾ ਆਪ ਨੂੰ ਕਿ हे ਪੰਡਿਤ ਜੀ, ਤੁਸੀਂ ਆਖਦੇ ਹੋ ਕਿ ਹਰੇਕ ਯੁੱਗ ਵਿੱਚ ਆਪੋ ਆਪਣਾ ਕਰਮ ਹੀ ਪ੍ਰਧਾਨ ਹੈ। ਇਸ ਅਨੁਸਾਰ ਯਾਨੀ ਤੁਹਾਡੇ ਕਹੇ ਅਨੁਸਾਰ ਸਤਯੁਗ ਵਿੱਚ ਦਾਨ ਆਦਿਕ ਪ੍ਰਧਾਨ ਸੀ, ਤ੍ਰੇਤਾ ਯੁਗ ਵਿੱਚ ਜੱਗਾਂ ਵਿੱਚ ਪ੍ਰਵਿਰਤ ਰਿਹਾ, ਤ੍ਰੇਤਾ ਯੁਗ ਜੱਗਾਂ ਵਿੱਚ ਪ੍ਰਵਿਰਤ ਰਿਹਾ, ਦੁਆਪਰ ਵਿੱਚ ਦੇਵਤਿਆਂ ਦੀ ਪੂਜਾ ਪ੍ਰਧਾਨ ਕਰਮ ਸੀ। ਤੁਸੀਂ ਆਖਦੇ ਹੋ, हे ਪੰਡਿਤ ਜੀ, ਤੁਸੀਂ ਆਖਦੇ ਹੋ, ਯਾਨੀ ਭਗਤ ਰਵਿਦਾਸ ਜੀ ਕਹਿ ਰਹੇ ਨੇ ਕਿ हे ਪੰਡਿਤ ਜੀ, ਤੁਸੀਂ ਕਹਿ ਰਹੇ ਹੋ। ਭਗਤ ਰਵਿਦਾਸ ਜੀ ਇਹ ਗੱਲ ਨਹੀਂ ਕਹਿ ਰਹੇ, ਪੰਡਿਤ ਜੀ ਦੀ ਕਹੀ ਹੋਈ ਗੱਲ ਨੂੰ ਕਹਿ ਰਹੇ ਨੇ ਕਿ ਤੁਸੀਂ ਕਹਿੰਦੇ ਹੋ ਕਿ ਐਵੇਂ ਸੀ। तीनों युग तीनों दिड़े कल केवल नाम आधार, ਇਹ ਵੀ ਪੰਡਿਤ ਹੀ ਕਹਿ ਰਿਹਾ ਹੈ। ਦਿੜੇ ਦਾ ਮਤਲਬ ਦ੍ਰਿੜ ਕਰ ਰਹੇ ਹਨ, ਪਕਿਆਈ ਕਰ ਰਹੇ ਨੇ, ਜ਼ੋਰ ਦੇ ਰਹੇ ਨੇ। ਨਾਮ ਆਧਾਰ, ਇਹਦਾ ਮੀਨਿੰਗ ਵੀ ਮੈਂ ਉਹ ਜੋ ਭਾਈ ਸਾਹਿਬ ਸਿੰਘ ਜੀ ਨੇ ਕੀਤਾ ਹੈ ਉਹ ਮੈਂ ਆਪ ਨੂੰ ਪੜ੍ਹ ਕੇ ਸੁਣਾ ਰਿਹਾ। ਨਾਮ ਆਧਾਰ ਅੱਗੇ ਬ੍ਰੈਕਟ ਵਿੱਚ ਲਿਖ ਰਹੇ ਨੇ ਸ੍ਰੀ ਰਾਮ ਤੇ ਸ੍ਰੀ ਕ੍ਰਿਸ਼ਨ ਅਵਤਾਰ ਦੇ ਨਾਮ ਦਾ ਆਸਰਾ। ਸ੍ਰੀ ਰਾਮਚੰਦਰ ਤੇ ਕ੍ਰਿਸ਼ਨ ਜੀ ਦੀ ਮੂਰਤੀ ਵਿੱਚ ਸੁਰਤ ਜੋੜ ਕੇ ਉਹਨਾਂ ਦੇ ਨਾਮ ਦਾ ਜਾਪ ਭਾਈ ਸਾਹਿਬ ਸਿੰਘ ਜੀ ਲਿਖ ਰਹੇ ਨੇ ਔਰ ਥੱਲੇ ਮੀਨਿੰਗ ਕਰ ਰਹੇ ਨੇ। ਇਸ ਤਰ੍ਹਾਂ ਤੁਸੀਂ ਆਖਦੇ ਹੋ ਕਿ ਤਿੰਨੇ ਯੁੱਗ ਇਹਨਾਂ ਤਿੰਨਾਂ ਕਰਮਾਂ ਧਰਮਾਂ ਉੱਤੇ ਜ਼ੋਰ ਦਿੰਦੇ ਨੇ ਤੇ ਹੁਣ ਕਲਯੁਗ ਵਿੱਚ ਸਿਰਫ ਰਾਮ ਨਾਮ ਦਾ ਆਸਰਾ ਹੈ। ਇਹ ਪੰਡਿਤ ਕਹਿ ਰਿਹਾ ਹੈ, ਭਗਤ ਰਵਿਦਾਸ ਜੀ ਨਹੀਂ ਕਹਿ ਰਹੇ।
ਹੁਣ ਭਗਤ ਰਵਿਦਾਸ ਜੀ ਅੱਗੇ ਸਵਾਲ ਕਰ ਰਹੇ ਨੇ। ਭਗਤ ਰਵਿਦਾਸ ਜੀ ਰਹਾਉ ਦੀਆਂ ਪੰਕਤੀਆਂ ਵਿੱਚ ਕਹਿ ਰਹੇ ਨੇ, ਪਾਰ ਕੈਸੇ ਪਾਏ ਬੋਰੇ। ਪਾਰ ਦਾ ਮਤਲਬ ਸੰਸਾਰ ਸਮੁੰਦਰ ਦਾ ਪਾਰਲਾ ਕੰਡਾ, ਵਿਸ਼ੇ ਵਿਕਾਰਾਂ ਤੋਂ ਪਾਰ ਹੋਣਾ। ਪਾਏ ਬੋਰੇ ਦਾ ਮਤਲਬ ਪਾਓਗੇ। ਰੇ ਦਾ ਮਤਲਬ ਹੈ ਭਾਈ। ਪਾਰ ਕੈਸੇ ਪਾਏ ਬੋਰੇ, ਕਿ ਮੈਂ ਕਿਵੇਂ ਬੰਨੇ ਲੰਘਾਂਗਾ, ਪਰਲੇ ਬੰਨੇ ਲੰਘਾਂਗਾ। ਕਿ ਪਰ ਇਹ ਪੰਡਿਤ, ਇਹਨਾਂ ਜੁਗਾਂ ਦੇ ਵੰਡੇ ਹੋਏ ਕਰਮਾਂ ਧਰਮਾਂ ਨਾਲ ਸੰਸਾਰ ਸਮੁੰਦਰ ਦਾ ਪਾਰਲਾ ਬੰਨਾ ਕਿਵੇਂ ਲੱਭੋਗੇ। ਕਿ ਜਿਹੜੇ ਕਰਮ ਧਰਮ ਤੁਸੀਂ ਕਹਿ ਰਹੇ ਹੋ, ਇਹਨਾਂ ਕਰਮਾਂ ਧਰਮਾਂ ਦੇ ਨਾਲ ਵਿਸ਼ੇ ਵਿਕਾਰਾਂ ਤੋਂ ਕਿਵੇਂ ਬਚੋਗੇ। ਕਿ ਯੱਗ ਕਰਨ ਦੇ ਨਾਲ ਝੂਠ ਫਰੇਬ ਤੋਂ ਬੰਦਾ ਉਤਾਂ ਹੋ ਜਾਂਦਾ ਹੈ, ਜਾਂ ਤੀਰਥਾਂ ਤੇ ਨਹਾਉਣ ਦੇ ਨਾਲ ਕਿ ਬੰਦੇ ਦੀ ਅੰਦਰ ਦੀ ਮਾਨਸਿਕਤਾ ਸਾਫ਼ ਹੋ ਜਾਂਦੀ ਹੈ। ਜਿਹੜੇ ਕਰਮ ਤੁਸੀਂ ਗਿਣਾ ਰਹੇ ਹੋ, ਇਹਨਾਂ ਕਰਮਾਂ ਰਾਹੀਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਸਾ, ਤ੍ਰਿਸ਼ਨਾ, ਚੁਗਲੀ, ਨਿੰਦਾ, ਝੂਠ, ਫਰੇਬ, ਚੋਰੀਆਂ, ਯਾਰੀਆਂ, ਬੇਈਮਾਨੀਆਂ, ਠੱਗੀਆਂ, ਪਹਿਨਾਮੀਆਂ, ਪਾਪ ਅਪਰਾਧ, ਮੇਰ ਤੇਰ, ਭਰੂਣ ਹੱਤਿਆ, ਜਾਤੀਵਾਦ, ਇਹਨਾਂ ਦੇ ਵਿੱਚੋਂ ਪਾਰ ਕਿਵੇਂ ਲੰਘੋਗੇ। ਪਾਰ ਕੈਸੇ ਪਾਏ ਬੁਰੇ, ਮੋਸੋਂ ਕੋਊ ਨਾ ਕਹੇ ਸਮਝਾਏ। ਮੋਸੋਂ ਦਾ ਮਤਲਬ ਮੈਨੂੰ, ਕੋਊ ਦਾ ਮਤਲਬ ਇਹਨਾਂ ਕਰਮਕਾਂਡੀ ਪੰਡਤਾਂ ਵਿੱਚੋਂ ਕੋਈ ਵੀ, ਤੁਹਾਡੇ ਵਿੱਚੋਂ ਕੋਈ ਵੀ ਮੈਨੂੰ ਐਸਾ ਕੰਮ ਸਮਝਾ ਕੇ ਨਹੀਂ ਦੱਸ ਸਕਿਆ ਵੀ ਇਹਨਾਂ ਦੇ ਵਿੱਚੋਂ ਕਿਹੜੇ ਕੰਮ ਦੇ ਨਾਲ ਅਸੀਂ ਪਾਰ ਲੰਘ ਸਕਦੇ ਹਾਂ, ਰੱਬ ਨੂੰ ਪਾ ਸਕਦੇ ਹਾਂ। ਜਾਤੇ ਆਵਾਗਮਨ ਬਿਲਾਏ, ਆਵਾਗਮਨ ਦਾ ਮਤਲਬ ਭਟਕਣਾ, ਜਿਸ ਦੀ ਸਹਾਇਤਾ ਦੇ ਨਾਲ ਮਨੁੱਖ ਦੀ ਭਟਕਣਾ ਮੁੱਕ ਜਾਏ, ਜਿਸ ਦੀ ਸਹਾਇਤਾ ਦੇ ਨਾਲ ਮਨੁੱਖ ਦੀ ਭਟਕਣਾ ਮਿਟ ਜਾਏ, ਜਨਮ ਤੋਂ ਲੈ ਕੇ ਮਰਨ ਤੱਕ ਦਾ ਗੇੜ ਮੁੱਕ ਜਾਏ, ਭਟਕਣਾ ਮੁੱਕ ਜਾਏ। ਕਿਹੜਾ ਕਰਮ ਹੈ ਐਸਾ, ਮੈਨੂੰ ਕੋਈ ਐਵੇਂ ਸਮਝਾ ਕੇ ਨਹੀਂ ਦੱਸ ਸਕਿਆ, ਮੇਰੀ ਕੋਈ ਤਸੱਲੀ ਨਹੀਂ ਕਰਾ ਸਕਿਆ। ਭਗਤ ਰਵਿਦਾਸ ਜੀ ਕਹਿ ਰਹੇ। ਹੁਣ ਅੱਗੇ ਦੱਸਦੇ ਨੇ, ਬਹੁਵਿਧ ਧਰਮ ਨਿਰੂਪੀ ਹੈ, ਕਰਤਾ ਦਿਸੈ ਸਭ ਲੋਏ। ਦਿਸੈ ਦਾ ਮਤਲਬ ਦਿਸ ਰਿਹਾ ਹੈ, ਸਭ ਲੋਏ ਦਾ ਮਤਲਬ ਸਾਰਾ ਸੰਸਾਰ, ਕਰਤਾ ਦਾ ਮਤਲਬ ਕਰਦਾ ਹੋਇਆ, ਬਹੁਵਿਧ ਦਾ ਮਤਲਬ ਬਹੁਤ ਤਰੀਕਿਆਂ ਦੇ ਨਾਲ, ਧਰਮ ਨਿਰੂਪੀ ਹੈ। ਧਰਮ ਦਾ ਮਤਲਬ ਸ਼ਾਸਤਰਾਂ ਅਨੁਸਾਰ ਦੱਸੇ ਹੋਏ ਹਰੇਕ ਵਰਨ ਆਸ਼ਰਮ ਦੇ ਵੱਖ-ਵੱਖ ਕਰਤੱਵ, ਯਾਨੀ ਸ਼ਾਸਤਰਾਂ ਅਨੁਸਾਰ ਦੱਸੇ ਹੋਏ ਹਰ ਇੱਕ ਵਰਨ ਦੇ ਵੱਖਰੇ ਵੱਖਰੇ ਕਰਤੱਵ। ਨਿਰੂਪੀਏ ਦਾ ਮਤਲਬ ਮਿਥੇ ਗਏ ਨੇ, ਹੱਦਬੰਦੀ ਕੀਤੀ ਗਈ ਹੈ ਕਿ ਬ੍ਰਾਹਮਣ ਨੇ ਕੀ ਕਰਨਾ ਹੈ, ਖਸ਼ਤਰੀ ਨੇ ਕੀ ਕਰਨਾ ਹੈ। ਜਿਵੇਂ ਬ੍ਰਾਹਮਣ ਦਾ ਕਰਮ ਮਿਥ ਦਿੱਤਾ, ਵਿਦਿਆ ਪੜ੍ਹਨੀ ਪੜਾਉਣੀ, ਦਾਨ ਲੈਣਾ ਦੇਣਾ, ਯੱਗ ਕਰਨਾ ਕਰਾਉਣਾ। ਖਸ਼ਤਰੀ ਦਾ ਧਰਮ ਮੈਦਾਨੇ ਜੰਗ ਵਿੱਚ ਜੂਝਣਾ, ਰੱਖਿਆ ਕਰਨੀ। ਤੇ ਜਿਹੜਾ ਵਪਾਰੀ ਵਰਗ ਹੈ ਉਹਦਾ ਧਰਮ ਵੈਸ਼ੇ ਦਾ ਵਪਾਰ ਕਰਨਾ, ਖੇਤੀ ਕਰਨੀ। ਤੇ ਸ਼ੂਦਰ ਦਾ ਧਰਮ ਕਰਮ ਜਿਹੜਾ ਸੀ ਮਿਥ ਦਿੱਤਾ, ਦੂਜਿਆਂ ਦੀ ਸੇਵਾ ਕਰਨੀ। ਬੜੇ ਤਰੀਕਿਆਂ ਦੇ ਨਾਲ ਜਿਹੜੇ ਕਰਮ ਮਿਥੇ ਗਏ ਨੇ। ਤਾਂ ਭਗਤ ਰਵਿਦਾਸ ਜੀ ਕਹਿੰਦੇ ਨੇ, ਸ਼ਾਸਤਰਾਂ ਅਨੁਸਾਰ ਕਈ ਤਰੀਕਿਆਂ ਦੇ ਨਾਲ ਵਰਨਾ ਆਸ਼ਰਮਾਂ ਦੇ ਕਰਤਬਾਂ ਦੀ ਹੱਦਬੰਦੀ ਕੀਤੀ ਗਈ ਹੈ। ਤੇ ਇਹਨਾਂ ਸ਼ਾਸਤਰਾਂ ਨੂੰ ਮੰਨਣ ਵਾਲਾ ਸਾਰਾ ਜਗਤ ਇਹ ਮਿਥੇ ਹੋਏ ਕਰਮ ਕਰਦਾ ਹੋਇਆ ਦਿਸ ਰਿਹਾ ਹੈ। ਲੋਕ ਸਾਰੇ ਇਹ ਕਰਮ ਕਰ ਰਹੇ ਨੇ, ਵਰਤ ਰੱਖ ਰਹੇ ਨੇ, ਨਰਾਤੇ ਰੱਖ ਰਹੇ ਨੇ, ਸਰਾਧ ਕਰ ਰਹੇ ਨੇ, ਤੀਰਥਾਂ ਤੇ ਜਾ ਰਹੇ ਨੇ, ਪਾਠ ਪੂਜਾ ਕਰ ਰਹੇ ਨੇ, ਅਰਚਾ ਕਰ ਰਹੇ ਨੇ, ਦੇਵੀ ਦੇਵਤਿਆਂ ਦੀ ਪੂਜਾ ਕਰ ਰਹੇ ਨੇ, ਨੰਗੇ ਪੈਰੀਂ ਯਾਤਰਾ ਕਰ ਰਹੇ ਨੇ, ਬਾਬੇ ਬਣ ਰਹੇ ਨੇ, ਪਹਾੜਾਂ ਤੇ ਚੜ ਰਹੇ ਨੇ, ਕੰਦਰਾਵਾਂ ਵਿੱਚ ਵੜ ਗਏ ਨੇ, ਜਲ ਧਾਰਾਵਾਂ ਕਰ ਰਹੇ ਨੇ, ਤਪ ਤਪੱਸਿਆ ਕਰ ਰਹੇ ਨੇ, ਪੁੱਠੇ ਸਿੱਧੇ ਸਾਹ ਲੈ ਰਹੇ ਨੇ। ਸਾਰੇ ਲੋਕ ਇਹ ਕੰਮ ਕਰਦੇ ਹੋਏ ਦਿਸ ਰਹੇ ਨੇ। ਇਹ ਸਾਰੇ ਕਰਮ ਕਰ ਰਹੇ ਨੇ ਲੋਕ, ਲੇਕਿਨ ਦੁਨੀਆ ਚੋਂ ਚੋਰੀ, ਬੇਈਮਾਨੀ, ਠੱਗੀ, ਰਿਸ਼ਵਤਖੋਰੀ ਉਹ ਖਤਮ ਨਹੀਂ ਹੋ ਰਹੀ। ਇਨਸਾਨੀਅਤ ਬੰਦੇ 'ਚ ਪੈਦਾ ਨਹੀਂ ਹੋ ਰਹੀ। ਜਬਰ ਜਨਾਹ ਦੇ ਕੇਸ ਉਸੇ ਤਰ੍ਹਾਂ ਹੀ। ਬਹੁਵਿਧ ਧਰਮ ਨਿਰੂਪੀਏ, ਕਰਤਾ ਦਿਸੈ ਸਭ ਲੋਏ। ਭਗਤ ਰਵਿਦਾਸ ਜੀ ਸਵਾਲ ਕਰਦੇ ਨੇ, ਕਵਨ ਕਰਮ ਤੇ ਛੂਟੀ ਹੈ, ਜੇ ਸਾਧੇ ਸਭ ਸਿੱਧ ਹੋਏ। ਜੇ ਸਾਧੇ ਦਾ ਮਤਲਬ ਜਿਸ ਤੇ ਸਾਧਨ ਨਾਲ, ਜਿਸ ਤੇ ਸਾਧਨ ਦਾ ਮਤਲਬ ਜਿਹੜੀ ਮਿੱਥੀ ਹੋਈ ਧਾਰਮਿਕ ਕਿਰਿਆ ਕਰਨ ਦੇ ਨਾਲ, ਕੋਈ ਰਸਮ ਜਿਹੜੀ ਮਰਿਆਦਾਵਾਂ ਬਣਾਈਆਂ ਨੇ, ਕੋਈ ਮਿੱਥੀਆਂ ਹੋਈਆਂ ਸ਼ਾਸਤਰਾਂ ਅਨੁਸਾਰ ਮਿੱਥੀ ਹੋਈ ਕੋਈ ਰਸਮ ਜਿਹਦੇ ਕਰਨ ਨਾਲ ਸਿੱਧ ਦਾ ਮਤਲਬ ਕਾਮਯਾਬੀ, ਮਨੁੱਖਾ ਜਨਮ ਦੇ ਮਨੋਰਥ ਦੀ ਸਫਲਤਾ ਮਿਲ ਜਾਏ। ਭਗਤ ਰਵਿਦਾਸ ਜੀ ਪੁੱਛ ਰਹੇ ਨੇ, ਪਰ ਕਿਸ ਕਰਮ ਧਰਮ ਦੇ ਕਰਨ ਦੇ ਨਾਲ ਖਲਾਸੀ ਹੋ ਸਕਦੀ ਹੈ ਭਟਕਣਾ ਤੋਂ? ਉਹ ਕਿਹੜਾ ਕਰਮ ਹੈ ਕਿ ਜਿਹਦੇ ਸਾਧਿਆਂ ਜਨਮ ਮਨੋਰਥ ਦੀ ਸਫਲਤਾ ਹੋ ਜਾਏ? ਇਹ ਗੱਲ ਤੁਸੀਂ ਦੱਸ ਨਹੀਂ ਸਕੇ।
ਉਹ ਕਿਹੜਾ ਕਰਮ ਹੈ ਜਿਹੜਾ ਕਰਮ ਕਰਨ ਦੇ ਨਾਲ ਬੰਦੇ 'ਚ ਇਨਸਾਨੀਅਤ ਪੈਦਾ ਹੋ ਜਾਏ ਔਰ ਬੰਦਾ ਰੱਬ ਵਰਗਾ ਬਣ ਜਾਏ। ਵਰਤ ਰੱਖਣ ਨਾਲ ਹੋ ਜਾਏਗਾ ਜੀ ਐਸਾ, ਇਨਸਾਨੀਅਤ ਪੈਦਾ ਹੋ ਜਾਏਗੀ, ਰੱਬ ਨੂੰ ਮਿਲ ਲੋਗੇ। ਫੋਟੋਆਂ ਅੱਗੇ ਧੂਫਾਂ ਦਿਖਾਉਣ ਨਾਲ, ਤੀਰਥਾਂ ਤੇ ਨਹਾਉਣ ਨਾਲ, ਨੰਗੇ ਪੈਰੀ ਫਿਰਨ ਨਾਲ, ਸਮਾਧੀਆਂ ਲਾਉਣ ਦੇ ਨਾਲ, ਮੈਡੀਟੇਸ਼ਨ ਕਰਨ ਦੇ ਨਾਲ, ਜਾਂ ਹੋਰ ਜਿੰਨੇ ਵੀ ਕਰਮ ਨੇ ਜੋ ਮਿੱਥੇ ਹੋਏ ਨੇ, ਇਹਨਾਂ ਨਾਲ ਕੀ ਇਨਸਾਨੀਅਤ ਪੈਦਾ ਹੋ ਜਾਏਗੀ। ਇਹਨਾਂ ਨਾਲ ਕੀ ਅੰਦਰ ਦੇ ਮਨ ਦੀ ਮੈਲ ਉਤਰ ਜਾਏਗੀ। ਕਿ ਇਹਨਾਂ ਕਰਮਾਂ ਦੇ ਵਿੱਚੋਂ ਕੋਈ ਇੱਕ ਕਰਮ ਐਸਾ ਹੈ ਜਿਨ੍ਹਾਂ ਕਰਮਾਂ ਦੇ ਨਾਲ ਰੱਬ ਮਿਲ ਜਾਏ, ਜਿਹੜਾ ਇੱਕ ਕਰਮ ਕਰਨ ਦੇ ਨਾਲ ਜੀਵਨ ਦੀ ਸਫਲਤਾ ਮਿਲ ਜਾਏ। ਕਵਨ ਕਰਮ ਤੇ ਛੂਟੀਐ, ਜੇ ਸਾਧੇ ਸਭ ਸਿੱਧ ਹੋਏ। ਕਿਹੜਾ ਐਸਾ ਕਰਮ ਹੈ ਦੱਸੋ ਜਿਹੜਾ ਕਰਮ ਕਰਨ ਦੇ ਨਾਲ ਜੀਵਨ ਸਫਲ ਹੋ ਜਾਏ? ਇਹ ਤੁਸੀਂ ਦੱਸ ਨਹੀਂ ਪਾਏ। ਕਰਮ ਅਕਰਮ ਵਿਚਾਰੀਐ, ਸ਼ੰਕਾ ਸੁਨ ਵੇਦ ਪੁਰਾਨ। ਕਰਮ ਦਾ ਮਤਲਬ ਉਹ ਧਾਰਮਿਕ ਰਸਮਾਂ ਜੋ ਸ਼ਾਸਤਰਾਂ ਨੇ ਨਿਯਤ ਕੀਤੀਆਂ ਨੇ ਕਿ ਇਹ ਚੰਗੇ ਕਰਮ ਨੇ। ਅਕਰਮ ਦਾ ਮਤਲਬ ਉਹ ਕੰਮ ਜੋ ਸ਼ਾਸਤਰਾਂ ਨੇ ਵਰਜੇ ਹੋਏ ਨੇ, ਯਾਨੀ ਪੁੰਨ ਤੇ ਪਾਪ, ਕੀ ਇਹ ਕੰਮ ਪੁੰਨ ਹੈ, ਇਹ ਕੰਮ ਪਾਪ ਹੈ, ਇਹ ਕੰਮ ਕਰਨਾ ਹੈ, ਇਹ ਕੰਮ ਨਹੀਂ ਕਰਨਾ, ਜਿਹੜੇ ਆ ਧਾਰਮਿਕ ਰਸਮਾਂ ਨੇ। ਕਰਮ ਅਕਰਮ ਵਿਚਾਰੀਏ, ਸ਼ੰਕਾ, ਸ਼ੰਕਾ ਦਾ ਮਤਲਬ ਸ਼ੱਕ, ਸੁਣ ਦਾ ਮਤਲਬ ਸੁਣ ਕੇ, ਵੇਦ ਪੁਰਾਣ ਦਾ ਮਤਲਬ ਵੇਦ ਪੁਰਾਣ। ਹੁਣ ਭਗਤ ਰਵਿਦਾਸ ਜੀ ਕਹਿੰਦੇ ਨੇ ਚੰਗੇ ਮੰਦੇ ਕਰਮ ਵਿਚਾਰਿਆਂ, ਵੇਦਾਂ ਪੁਰਾਣਾਂ ਨੂੰ ਸੁਣਿਆ ਵੀ ਸ਼ੰਕਾ ਪੈਦਾ ਹੁੰਦੀ ਹੈ, ਤੇ ਇਹ ਸ਼ੰਕਾ ਜਿਹੜੀ ਸਦਾ ਹਿਰਦੇ ਵਿੱਚ ਵਸਦੀ ਰਹਿੰਦੀ ਹੈ। ਵੇਦਾਂ ਪੁਰਾਣਾਂ ਨੂੰ ਸੁਣ ਕੇ ਸਗੋਂ ਹੋਰ ਸ਼ੰਕਾ ਵੱਧ ਜਾਂਦਾ ਹੈ। ਇਹ ਵਿਚਾਰ ਕਰੀਦੀ ਹੈ ਕਿ ਕਿਹੜਾ ਕਰਮ ਸ਼ਾਸਤਰਾਂ ਦੇ ਅਨੁਸਾਰ ਹੈ ਤੇ ਕਿਹੜਾ ਕਰਮ ਸ਼ਾਸਤਰਾਂ ਦੇ ਅਨੁਸਾਰ ਨਹੀਂ ਹੈ। ਪੁੰਨ ਪਾਪ ਦੀ ਹੋਰ ਸ਼ੰਕਾ ਵੱਧ ਜਾਂਦੀ। ਹੁਣ ਜੀਵ ਹੱਤਿਆ ਪਾਪ ਹੈ ਨਾ, ਲੇਕਿਨ ਜਦੋਂ ਇਹਦੀ ਵਿਚਾਰ ਕਰੋਗੇ ਤੇ ਸ਼ੰਕਾ ਤਾਂ ਹੋਰ ਪੈਦਾ ਹੋਏਗੀ। ਜੀਵ ਹੱਤਿਆ ਪਾਪ ਹੈ, ਵਾਸਤਵ 'ਚ ਹੀ ਪਾਪ ਹੈ, ਪਰ ਜੇ ਅੰਧ ਵਿਸ਼ਵਾਸ ਵਿੱਚ ਚਲੇ ਜਾਓਗੇ ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ। ਕੋਈ ਕਣਕ ਦਾ ਦਾਣਾ, ਅੰਨ ਦਾ ਦਾਣਾ ਜੀ ਤੋਂ ਬਾਜ ਤੇ ਹੈ ਨਹੀਂ, ਫਿਰ ਤੇ ਕਣਕ ਨੂੰ ਪੀਣਾ ਛੱਡਣਾ ਪੈਣਾ। ਫਿਰ ਤਾਂ ਜਦੋਂ ਤੁਸੀਂ ਤੁਰੋਗੇ ਤੁਹਾਡੇ ਪੈਰਾਂ ਥੱਲੇ ਕੀੜੇ ਮਰਨਗੇ, ਤੁਰਨਾ ਵੀ ਬੰਦ ਕਰਨਾ ਪਏਗਾ। ਜਿਵੇਂ ਹੁਣ ਬਾਬੇ ਸਾਨੂੰ ਕਹਿੰਦੇ ਨੇ ਵੀ ਜੀਵ ਹੱਤਿਆ ਪਾਪ ਹੈ, ਤਾਂ ਵਾਸਤਵ ਵਿੱਚ ਮੈਂ ਜੀਵ ਹੱਤਿਆ ਦਾ ਪ੍ਰੋੜ ਤਾਂ ਨਹੀਂ ਕਰ ਰਿਹਾ। ਹੁਣ ਜੀਵ ਹੱਤਿਆ ਕਰਨੀ ਕਿਸਾਨ ਛੱਡ ਦੇਣ, ਕਣਕਾਂ ਤੇ ਸਪਰੇਅ ਨਾ ਕਰਨ, ਸੁੰਡੀਆਂ ਮਾਰਨ ਵਾਲੀ ਦਵਾਈ ਨਾ ਮਾਰਨ। ਕਰੋੜਾਂ ਕੀੜੇ ਮਾਰਦੇ ਨੇ ਕਿਸਾਨ ਹਰ ਸਾਲ, ਕਰੋੜਾਂ। ਤੇ ਜੇ ਕਿਸਾਨ ਕਰੋੜਾਂ ਕੀੜੇ ਨਾ ਮਾਰਨ ਤੇ ਜੀਵ ਹੱਤਿਆ ਹੁੰਦੀ ਹੈ ਔਰ ਫਸਲ ਪੈਦਾ ਨਾ ਕਰਨ, ਤੇ ਜਿਹੜੇ ਆ ਲੱਖਾਂ ਬਾਬੇ ਨੇ ਸਾਰੇ ਭੁੱਖੇ ਮਰ ਜਾਣਗੇ। ਇੱਥੇ ਕਿਸੇ ਨੇ ਜਿੰਦਾ ਨਹੀਂ ਬਚਣਾ। ਫਿਰ ਪਾਪ ਤੇ ਫਿਰ ਹੋ ਗਿਆ, ਪਾਪ ਤੇ ਫਿਰ ਹੋ ਗਿਆ। ਤੁਹਾਡੇ ਘਰ ਵਿੱਚ ਨਾ ਕੋਈ ਗਾਂ ਮੱਝ ਹੈ, ਕੋਈ ਕੁੱਤਾ ਬਿੱਲੀ ਹੈ, ਜਾਨਵਰ, ਤੇ ਤੁਹਾਡੇ ਘਰ ਜਿਹੜੀ ਮੱਝ ਹੈ ਉਹਨੂੰ ਕਿਤੇ ਚੋਟ ਲੱਗ ਗਈ ਤੇ ਉਹਨੂੰ ਕੀੜੇ ਪੈ ਜਾਣ ਜ਼ਖਮ ਵਿੱਚ, ਤਾਂ ਕੀੜੇ ਮਾਰਨ ਵਾਲੀ ਦਵਾਈ ਪਾਓਗੇ ਕਿ ਨਹੀਂ? ਸਿਰ ਹਿਲਾ ਕੇ ਦੱਸੋ, ਪਾਓਗੇ ਨਾ, ਕਿ ਮੱਝ ਬਚ ਜਾਏ। ਹੁਣ ਕੀੜੇ ਮਾਰਨ ਵਾਲੀ ਦਵਾਈ ਪਾਓਗੇ, ਕੀੜੇ ਮਰਨਗੇ, ਪਾਪ ਹੋਏਗਾ, ਤੁਹਾਨੂੰ ਪਾਪ ਲੱਗੇਗਾ। ਤੇ ਜੇ ਕੀੜੇ ਮਾਰਨ ਵਾਲੀ ਦਵਾਈ ਨਹੀਂ ਪਾਓਗੇ ਫਿਰ ਮੱਝ ਮਰ ਜਾਏਗੀ, ਮੱਝ ਮਰਨ ਦਾ ਪਾਪ ਲੱਗੇਗਾ ਕਿ ਤੁਸੀਂ ਮੱਝ ਨਹੀਂ ਬਚਾਈ, ਕਿਵੇਂ ਬਚੋਗੇ? ਸ਼ੰਕਾ ਪੈਦਾ ਹੋਗੀ ਨਾ ਵੀ ਹੁਣ ਕੀ ਕਰੀਏ, ਕੀ ਕਰੀਏ ਹੁਣ। ਇਸ ਲਈ ਭਗਤ ਕਬੀਰ ਜੀ ਕਹਿੰਦੇ ਨੇ ਜਦੋਂ ਵੇਦਾਂ ਪੁਰਾਣਾਂ ਨੂੰ ਪੜ੍ਹਦੇ ਆ, ਸੁਣਦੇ ਆ, ਔਰ ਉਹਨਾਂ ਮੁਤਾਬਕ ਜੋ ਪਾਪ ਪੁੰਨ ਦੱਸੇ ਗਏ ਨੇ ਉਹਨਾਂ ਦੀ ਵਿਚਾਰ ਕਰਨਿਆਂ ਤੇ ਸ਼ੰਕਾ ਤੇ ਹੋਰ ਪੈਦਾ ਹੋ ਜਾਂਦੀ ਹੈ। ਕਰਮ ਅਕਰਮ ਵਿਚਾਰੀਏ, ਸ਼ੰਕਾ ਸੁਨ ਵੇਦ ਪੁਰਾਨ। ਸੰਸਾ ਸਦ ਹਿਰਦੈ ਬਸੈ, ਕੌਣ ਹਿਰੈ ਅਭਿਮਾਨ। ਸੰਸਾ ਦਾ ਮਤਲਬ ਸਹਿਮ, ਫਿਕਰ। ਤਾਂ ਵਰਨ ਆਸ਼ਰਮਾਂ ਦੇ ਕਰਮ ਧਰਮ ਕਰਦਿਆਂ ਮਨੁੱਖ ਦੇ ਹਿਰਦੇ ਵਿੱਚ ਸਹਿਮ ਤੇ ਫਿਰ ਟਿਕਿਆ ਰਹਿੰਦਾ, ਡਰ ਤੇ ਫਿਰ ਟਿਕਿਆ ਰਹਿੰਦਾ। ਜਿੰਨੇ ਵੀ ਆ ਵਰਨ ਆਸ਼ਰਮ ਦੇ ਕਰਮ ਨੇ, ਜਾਤੀਵਾਦ, ਮੇਰ ਤੇਰ, ਸਤਜੁਗ ਦੁਆਪਰ ਤ੍ਰੇਤਾ ਆਦਿਕ ਮੰਨਣੇ, ਤੇ ਆ ਜਿੰਨੇ ਵੀ ਆ 50 ਕਰਮ ਨਾ ਕੀਤਾ ਤੇ ਤੁਸੀਂ ਤੇ ਮਾਰੇ ਜਾਓਗੇ। ਗੁਰੂ ਜੀ ਕਹਿੰਦੇ ਨੇ ਸ਼ੰਕਾ ਤੇ ਫਿਰ ਬਣਿਆ ਰਹਿੰਦਾ, ਡਰ ਤੇ ਫਿਰ ਨਹੀਂ ਖਤਮ ਹੋਇਆ। ਕੀ ਤੁਹਾਡੇ ਅੰਦਰੋਂ ਇਹ ਕਰਮ ਕਰਕੇ ਡਰ ਖਤਮ ਹੋ ਗਿਆ? ਸਹਿਮ ਮਿਟ ਗਿਆ, ਬੰਦਾ ਤੇ ਫਿਰ ਸਹਿਮਿਆ ਹੋਇਆ ਹੈ, ਬੰਦੇ ਦੇ ਅੰਦਰ ਸਹਿਮ ਤੇ ਫਿਰ ਟਿਕਿਆ ਹੋਇਆ ਹੈ। ਕੌਣ ਹਿਰੈ ਅਭਿਮਾਨ। ਹੁਣ ਭਗਤ ਰਵਿਦਾਸ ਜੀ ਪੁੱਛ ਰਹੇ ਨੇ ਫਿਰ ਤੁਸੀਂ
ਉਹ ਕਿਹੜਾ ਕਰਮ ਧਰਮ ਤੁਸੀਂ ਦੱਸਦੇ ਹੋ ਜੋ ਮਨ ਦਾ ਹੰਕਾਰ ਦੂਰ ਕਰੇ, ਮਨ ਦੀ ਈਗੋ ਦੂਰ ਕਰੇ? ਉਹ ਕਿਹੜਾ ਕਰਮ ਜਿਹੜੇ ਕਰਮ ਕਰਨ ਦੇ ਨਾਲ ਮਨ ਦੀ ਈਗੋ ਖਤਮ ਹੋ ਜਾਏ, ਮੈਂ ਮਿਟ ਜਾਏ ਔਰ ਤੂੰ ਪ੍ਰਗਟ ਹੋ ਜਾਏ? ਉਹ ਕਿਹੜਾ ਕਰਮ? ਜਿੰਨੇ ਵੀ ਆ ਕਰਮ ਗਿਣੇ ਨੇ, ਦੁਬਾਰਾ ਗਿਣਨ ਦੀ ਲੋੜ ਨਹੀਂ। ਕਿ ਉਹ ਕਰਮ ਕਰਨ ਦੇ ਨਾਲ ਹੰਕਾਰ ਮਿਟ ਜਾਏਗਾ? ਹੰਕਾਰ ਤੇ ਹੋਰ ਵੱਧ ਜਾਂਦਾ ਹੈ। ਜਿੰਨੇ ਤੀਰਥਾਂ ਤੇ ਇਸ਼ਨਾਨ ਕਰਨ ਵਾਲੇ ਬਹੁਤੇ ਲੋਕ ਹੰਕਾਰੀ ਹੁੰਦੇ ਨੇ, ਉਹਨਾਂ ਤੇ ਕੋਈ ਵੀ ਨਹੀਂ, ਦਾਨੀਆਂ ਜਿੰਨਾ ਹੰਕਾਰੀ ਕੋਈ ਵੀ ਨਹੀਂ ਵੇਖੋਗੇ। ਤਾਂ ਹੰਕਾਰ ਤੇ ਹੋਰ ਵੱਧਦਾ। ਕਰਮ ਕਰਤ ਵਧੇ ਅਹੰਮੇਵ, ਇਹੋ ਜਿਹੀਆਂ ਜਿਹੜੀਆਂ ਰਸਮਾਂ ਨੇ ਉਹਨਾਂ ਨੂੰ ਕਰਨ ਦੇ ਨਾਲ ਤੇ ਹੋਰ ਹੰਕਾਰ ਵੱਧ ਜਾਂਦਾ ਹੈ। ਸਾਡੇ ਗੁਆਂਢੀ ਤੇ ਸੁੱਤੇ ਰਹਿੰਦੇ ਨੇ 9 ਵਜੇ ਤੱਕ, ਅਸੀਂ ਤੇ 3 ਵਜੇ ਉੱਠ ਕੇ ਇਸ਼ਨਾਨ ਕਰ ਲੈਂਦੇ ਹਾਂ। ਬੰਦਾ ਪੁੱਛਿਆ ਵੀ ਗੁਆਂਢੀਆਂ ਤੇ ਕਾਹਦਾ ਆਸਾਨ ਕਰ ਰਹੇ ਹੋ? ਯਾਰ ਕਰ ਲੈਂਦੇ ਹੋ ਤੇ ਠੀਕ ਕਰ ਲੈਂਦੇ ਹੋ, ਗੁਆਂਢੀਆਂ ਤੇ ਕਾਹਦਾ ਰੋਪ ਪਾ ਰਹੇ ਹੋ? ਤਾਂ ਇਹ ਸਗੋਂ ਹੋਰ ਹੰਕਾਰ ਵੱਧ। ਉਹ ਕਿਹੜਾ ਕਰਮ ਦੱਸਦੇ ਹੋ? ਸੰਸਾ ਸਦ ਹਿਰਦੈ ਬਸੈ, ਕੌਣ ਹਿਰੇ ਅਭਿਮਾਨ। ਕੌਣ ਹਿਰੇ ਅਭਿਮਾਨ ਦਾ ਮਤਲਬ ਕਰਮ ਦੱਸੋ ਜਿਹਦੇ ਨਾਲ ਮੇਰੇ ਮਨ ਦਾ ਹੰਕਾਰ ਦੂਰ ਹੋਵੇ, ਈਗੋ ਖਤਮ ਹੋਵੇ, ਰੱਬ ਦੇ ਨਾਲੋਂ ਵਿਥ ਮਿਟੇ, ਕੂੜ ਦੀ ਪਾਲ ਟੁੱਟ ਜਾਏ। ਬਾਹਰ ਉਦਕ ਪਖਾਰੀਐ ਘਟ ਭੀਤਰ ਵਿਵਿਧ ਵਿਕਾਰ। ਬਾਹਰ ਦਾ ਮਤਲਬ ਬਾਹਰ, ਸਰੀਰ ਦਾ ਬਾਹਰਲਾ ਪਾਸਾ, ਬਾਹਰਲਾ ਪਾਸਾ। ਉਦਕ ਦਾ ਮਤਲਬ ਪਾਣੀ ਨਾਲ, ਪਖਾਰੀਏ ਦਾ ਮਤਲਬ ਧੋ ਲਈਦਾ ਹੈ। ਘਟ ਭੀਤਰ ਦਾ ਮਤਲਬ ਹਿਰਦੇ ਦੇ ਅੰਦਰ, ਸੋਚ ਦੇ ਅੰਦਰ। ਵਿਵਿਧ ਦਾ ਮਤਲਬ ਕਈ ਕਿਸਮਾਂ ਦੇ, ਵਿਕਾਰ ਦਾ ਮਤਲਬ ਵਿਕਾਰ। ਕਿ ਹੇ ਪੰਡਿਤ ਜੀ, ਤੁਸੀਂ ਤੀਰਥ ਇਸ਼ਨਾਨ ਤੇ ਜ਼ੋਰ ਦਿੰਦੇ ਹੋ ਕਿ ਤੀਰਥਾਂ ਤੇ ਨਹਾਓ। ਹੁਣ ਭਗਤ ਰਵਿਦਾਸ ਜੀ ਕਹਿੰਦੇ ਨੇ ਤੀਰਥਾਂ ਤੇ ਇਸ਼ਨਾਨ ਕਰਕੇ ਤੇ ਬਾਹਰਲਾ ਪਾਸਾ ਹੀ ਪਾਣੀ ਨਾਲ ਧੋਈਦਾ, ਸਰੀਰ ਬਾਹਰੋਂ ਧੁੱਪਦਾ ਹੈ। ਘਟ ਭੀਤਰ ਵਿਵਿਧ ਵਿਕਾਰ, ਹਿਰਦੇ ਵਿੱਚ ਤੇ ਕਈ ਕਿਸਮ ਦੇ ਵਿਕਾਰ ਟਿਕੇ ਰਹਿੰਦੇ ਨੇ। ਵਿਕਾਰ ਤੇ ਅੰਦਰ ਟਿਕੇ ਨੇ ਤੇ ਪਾਣੀ ਦੇ ਨਾਲ ਬਾਹਰ ਦਾ ਪਾਸਾ ਧੁੱਪ ਰਿਹਾ। ਨਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਪਾਲਥੀ ਨਾਤਿਆਂ, ਦੋਏ ਪਾਚੜੀਐਸ ਹੋਰ, ਬਾਹਰ ਧੋਤੀ ਤੂੰਬੜੀ, ਅੰਦਰ ਵਿਸ਼ ਨਿਕੋਰ, ਸਾਧ ਭਲੇ ਅਣ ਨਾਤਿਆਂ, ਚੋਰ ਸੇ ਚੋਰਾ ਚੋਰ। ਸਰੀਰ ਪਾਣੀ ਨਾਲ ਧੁੰਨ ਤੇ ਜ਼ੋਰ ਦਿੰਦੇ ਹੋ ਵੀ ਤੀਰਥਾਂ ਤੇ ਨਹਾਓ, ਬੜਾ ਪੁੰਨ ਕਰਮ ਹੈ, ਬੜਾ ਮਹਾਤਮ ਹੈ ਤੀਰਥਾਂ ਤੇ ਨਹਾਉਣ ਦਾ। ਤੇ ਭਗਤ ਰਵਿਦਾਸ ਜੀ ਤਰਕ ਦੇ ਰਹੇ ਨੇ ਕਿ ਭਲੇ ਪੁਰਸ਼ੋ, ਤੀਰਥਾਂ ਤੇ ਨਹਾਉਣ ਨਾਲ ਤੇ ਬਾਹਰਲਾ ਪਾਸਾ ਧੁੱਪਦਾ ਹੈ ਸਰੀਰ ਦਾ। ਖੋਟ ਤੇ ਅੰਦਰ ਭਰਿਆ ਪਿਆ ਹੈ, ਵਿਕਾਰ ਅੰਦਰ ਭਰੇ ਪਏ ਨੇ, ਈਰਖਾ, ਦਵੇਸ਼, ਵੈਰ, ਵਿਰੋਧ, ਇਹ ਸਭ ਕੁਝ ਅੰਦਰ ਭਰਿਆ ਪਿਆ ਹੈ। ਸ਼ੁੱਧ ਕਵਨ ਪਰ ਹੋਏ ਬੋ, ਸੁਚ ਕੁੰਚਰ ਵਿਦ ਵਿਵਹਾਰ। ਹੋਏ ਬੋ ਦਾ ਮਤਲਬ ਹੋਵੇਗਾ, ਸ਼ੁੱਧ ਦਾ ਮਤਲਬ ਸ਼ੁੱਧ, ਸਾਫ਼, ਸੁਚ ਦਾ ਮਤਲਬ ਸੁਚ, ਕੁੰਚਰ ਦਾ ਮਤਲਬ ਹਾਥੀ, ਵਿਵਹਾਰ ਦਾ ਮਤਲਬ ਵਿਹਾਰ, ਕੰਮ। ਤਾਂ ਸ਼ੁੱਧ ਕਵਨ ਪਰ ਹੋਏਗੋ, ਇਸ ਤੀਰਥ ਇਸ਼ਨਾਨ ਦੇ ਨਾਲ ਕੌਣ ਪਵਿੱਤਰ ਹੋ ਸਕਦਾ ਹੈ? ਕੀ ਤੀਰਥ ਇਸ਼ਨਾਨ ਦੇ ਕਰਨ ਦੇ ਨਾਲ ਬੰਦਾ ਪਵਿੱਤਰ ਹੋ ਜਾਏਗਾ ਅੰਦਰੋਂ? ਸੱਚਾਈ ਇਹ ਹੈ ਕਿ ਨਹੀਂ ਹੋਏਗਾ। ਹਾਂ, ਆਪਣੇ ਮਨ ਸੋਚ ਨਾਲ ਕੋਈ ਮੰਨਦਾ ਹੈ, ਉਹ ਉਹਦੀ ਆਪਣੀ ਮਰਜ਼ੀ ਹੈ, ਲੇਕਿਨ ਹੋਏਗਾ ਨਹੀਂ, ਮੇਰੇ ਇਸ਼ਨਾਨ ਨਾਲ ਨਹੀਂ ਹੋਏਗਾ। ਇੱਕ ਸੱਚਾਈ ਹੈ। ਸ਼ੁੱਧ ਕਵਨ ਪਰ ਹੋਏਗੋ, ਇਸ ਤੀਰਥ ਇਸ਼ਨਾਨ ਦੇ ਨਾਲ ਕੌਣ ਪਵਿੱਤਰ ਹੋ ਸਕਦਾ ਹੈ? ਸੋਚ ਕੁੰਚਰ ਵਿਦ ਵਿਵਹਾਰ। ਇਹ ਸੋਚ ਤਾਂ ਇਹੋ ਜਿਹੀ ਹੁੰਦੀ ਹੈ ਜਿਵੇਂ ਹਾਥੀ ਦਾ ਇਸ਼ਨਾਨ। ਕੁੰਚਰ ਦਾ ਮਤਲਬ ਹਾਥੀ। ਜਿਵੇਂ ਹਾਥੀ ਨਹਾ ਕੇ ਤੇ ਫਿਰ ਆਪਣੇ ਉੱਤੇ ਖੇਹ ਪਾ ਲੈਂਦਾ, ਮਿੱਟੀ ਪਾ ਲੈਂਦਾ। ਨਹਾਤਾ ਸਹੀ ਹਾਥੀ, ਪਰ ਉੱਤੇ ਮਿੱਟੀ ਪਾ ਲਈ, ਖੇਹ ਪਾ ਲਈ। ਤੀਰਥ ਦੇ ਵਿੱਚ ਡੁਬਕੀ ਲਾਈ ਤੇ ਨਾਲ ਦੇ ਨਾਲ ਝੂਠ ਬੋਲਿਆ, ਹਾਥੀ ਵਾਲੀ ਖੇਹ ਪਾਉਣ ਵਾਲੀ ਗੱਲ ਹੀ ਹੈ ਨਾ। ਤੀਰਥ ਤੇ ਇਸ਼ਨਾਨ ਕੀਤਾ ਤੇ ਤੀਰਥ ਤੇ ਇਸ਼ਨਾਨ ਕਰਨ ਤੋਂ ਬਾਅਦ ਵੀ ਉਹਨਾਂ ਹੀ ਝੂਠ, ਫਰੇਬ, ਈਰਖਾ, ਦਵੇਸ਼, ਵੈਰ, ਵਿਰੋਧ, ਸਗੋਂ ਦੂਜਿਆਂ ਨਾਲ ਹੋਰ ਹੰਕਾਰੀ ਕਿ ਸਾਡੇ ਗੁਆਂਢੀ ਤੇ ਕਦੀ ਤੀਰਥਾਂ ਤੇ ਗਏ ਨਹੀਂ, ਅਸੀਂ ਸਾਲ ਵਿੱਚ 3 ਵਾਰੀ ਜਾਂਦੇ ਹਾਂ, ਸਗੋਂ ਹੋਰ ਹੰਕਾਰ। ਹੁਣ ਅਸੀਂ ਵੀ ਸਰੋਵਰਾਂ ਵਿੱਚ ਇਸ਼ਨਾਨ ਕਰਦੇ ਹਾਂ। ਗੁਰੂ ਜੀ ਨੇ ਇਸੇ ਕਰਕੇ ਸਰੋਵਰ ਤਿਆਰ ਕੀਤੇ ਸੀ ਕਿ ਇੱਥੇ ਇਸ਼ਨਾਨ ਕਰੇਗਾ ਜਿਹੜਾ ਵੀ ਇਨਸਾਨ, ਉਹਦਾ ਜਾਤੀਵਾਦ ਖਤਮ ਹੋਏਗਾ। ਕਿਉਂਕਿ ਲੋਕ ਜਿਹੜੇ ਸਨ ਨਾ, ਸ਼ੂਦਰਾਂ ਨੂੰ ਇਸ਼ਨਾਨ ਨਹੀਂ ਸੀ ਕਰਨ ਦਿੰਦੇ, ਖੂਹਾਂ ਤੇ ਪਾਣੀ ਨਹੀਂ ਸੀ ਭਰਨ ਦਿੰਦੇ। ਗੁਰੂ ਜੀ ਦਾ ਸੰਗਤ, ਪੰਗਤ ਔਰ ਸਰੋਵਰ ਜਾਤੀਵਾਦ ਨੂੰ ਖਤਮ ਕਰਨ ਲਈ ਸੀ। ਤੇ ਇੱਕੋ ਜਗ੍ਹਾ ਤੇ ਬੈਠ ਕੇ ਬਾਣੀ ਸੁਣੋ, ਸੱਚ ਦੇ ਨਾਲ ਜੁੜੋ, ਜਾਤੀਵਾਦ ਨੂੰ ਖਤਮ ਕਰੋ, ਸਾਰੇ ਬਰਾਬਰ।
ਲੰਗਰ ਵਿੱਚ ਬੈਠ ਕੇ ਸਾਰੇ ਲੰਗਰ ਛਕੋ, ਇੱਥੇ ਕੋਈ ਊਚ ਨੀਚ ਨਹੀਂ। ਇੱਕੋ ਥਾਂ ਤੇ ਇਸ਼ਨਾਨ ਪਾਨ ਕਰੋ, ਕੋਈ ਊਚ ਨੀਚ ਨਹੀਂ। ਪਰ ਅਸੀਂ ਜੇ ਸਰੋਵਰ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਵੀ ਜਾਤੀਵਾਦ ਨੂੰ ਮੰਨਦੇ ਹਾਂ ਕਿ ਮੈਂ ਤੇ ਫਲਾਂ ਜਾਤ ਦਾ ਹਾਂ, ਤਾਂ ਫਿਰ ਲਾਭ ਆਇਆ ਕੋਈ? ਜਿਸ ਵਾਸਤੇ, ਜਿਸ ਮਕਸਦ ਲਈ ਸਰੋਵਰ ਸੀ, ਉਹ ਮਕਸਦ ਤੇ ਪੂਰਾ ਸੀ ਕੀਤਾ ਹੀ ਨਹੀਂ। ਇਸ ਲਈ ਭਗਤ ਰਵਿਦਾਸ ਜੀ ਕਹਿੰਦੇ ਨੇ ਵੀ ਕੌਣ ਪਵਿੱਤਰ ਹੋਏਗਾ, ਮਨ ਦਾ ਹੰਕਾਰ ਕਿਵੇਂ ਦੂਰ ਜਾਏਗਾ। ਹੁਣ ਅੱਗੇ ਬਹੁਤ ਸੁੰਦਰ ਵਿਚਾਰ ਦੇ ਰਹੇ ਨੇ, ਹੱਲ ਦੱਸ ਰਹੇ ਨੇ। ਰਵ ਪ੍ਰਗਾਸ ਰਜਨੀ ਜਥਾ ਗਤ, ਇਹ ਪਾਠ ਦਾ ਵਿਸ਼ਰਾਮ ਨਾ ਇੱਥੇ ਆਏਗਾ। ਰਵ ਪ੍ਰਗਾਸ ਰਜਨੀ ਜਥਾ ਗਤ, ਜਾਨਤ ਸਭ ਸੰਸਾਰ। ਬਹੁਤੇ ਵੀਰ ਭੈਣਾਂ ਪੜ੍ਹਦੇ ਨੇ ਰਵ ਪ੍ਰਗਾਸ ਰਜਨੀ ਜਥਾ ਗਤ ਜਾਨਤ ਸਭ ਸੰਸਾਰ, ਐਵੇਂ ਨਹੀਂ। ਰਵ ਪ੍ਰਗਾਸ ਰਜਨੀ ਜਥਾ ਗਤ ਜਾਨਤ ਸਭ ਸੰਸਾਰ। ਰਵ ਦਾ ਮਤਲਬ ਸੂਰਜ, ਪ੍ਰਗਾਸ ਦਾ ਮਤਲਬ ਚਾਨਣਾ, ਰਜਨੀ ਦਾ ਮਤਲਬ ਹੈ ਰਾਤ, ਜਥਾ ਦਾ ਮਤਲਬ ਜਿਵੇਂ, ਗਤ ਦਾ ਮਤਲਬ ਚਲੀ ਜਾਂਦੀ ਹੈ, ਗਤੀ ਕਰ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਜਿਵੇਂ ਰਾਤ ਖਤਮ ਹੋ ਜਾਂਦੀ ਹੈ, ਜਾਨਤ ਸਭ ਸੰਸਾਰ, ਸਾਰਾ ਸੰਸਾਰ ਜਾਣਦਾ ਹੈ। ਭਗਤ ਰਵਿਦਾਸ ਜੀ ਕਹਿ ਰਹੇ ਨੇ, ਹੇ ਪੰਡਤ ਜੀ, ਇਹ ਗੱਲ ਸਾਰਾ ਸੰਸਾਰ ਜਾਣਦਾ ਹੈ ਕਿ ਸੂਰਜ ਚੜਿਆ ਰਾਤ ਦਾ ਹਨੇਰਾ ਖਤਮ ਹੋ ਜਾਂਦਾ ਹੈ। ਸੂਰਜ ਚੜਿਆ ਰਾਤ ਦਾ ਹਨੇਰਾ ਖਤਮ ਹੋ ਜਾਂਦਾ ਹੈ, ਇਹ ਗੱਲ ਸਾਰਾ ਸੰਸਾਰ ਜਾਣਦਾ ਹੈ। ਇਹ ਲੁਕੀ ਛਿਪੀ ਗੱਲ ਨਹੀਂ ਹੈ। ਪਾਰਸ ਮਾਨੋ ਤਾਂਬੋ ਛੂਏ ਕਨਕ ਹੂਤ ਨਹੀਂ ਬਾਰ। ਮਾਨੋ ਦਾ ਮਤਲਬ ਮਾਨੋ, ਸਪੋਜ਼, ਜਾਣੋ। ਕਨਕ ਦਾ ਮਤਲਬ ਸੋਨਾ, ਹੋਤ ਨਹੀਂ ਬਾਰ ਦਾ ਮਤਲਬ ਚਿਰ ਨਹੀਂ ਲੱਗਦਾ। ਇਹ ਗੱਲ ਵੀ ਚੇਤੇ ਰੱਖਣ ਵਾਲੀ ਹੈ ਕਿ ਜਿਵੇਂ ਤਾਂਬੇ ਦੇ ਪਾਰਸ ਨਾਲ ਛੂਹਿਆ, ਉਹਦੇ ਸੋਨਾ ਬਣਨ ਵਿੱਚ ਦੇਰ ਨਹੀਂ ਲੱਗਦੀ। ਇਹ ਗੱਲ ਮਸ਼ਹੂਰ ਹੈ ਨਾ ਆਮ, ਕਿ ਤਾਂਬਾ ਲੋਹਾ ਪਾਰਸ ਦੇ ਨਾਲ ਲੱਗ ਜਾਏ ਤੇ ਉਹ ਸੋਨਾ ਹੋ ਜਾਂਦਾ ਹੈ। ਇਹ ਗੱਲ ਪ੍ਰਚਲਿਤ ਹੈ। ਹੁਣ ਭਗਤ ਰਵਿਦਾਸ ਜੀ ਦੱਸ ਰਹੇ ਨੇ, ਪਰਮ ਪਰਸ ਗੁਰ ਭੇਟੀਐ ਪੂਰਬ ਲਿਖਤ ਲਿਲਾਟ। ਲਿਲਾਟ ਦਾ ਮਤਲਬ ਮੱਥਾ, ਮਨ ਬੁੱਧ ਚਿੱਤ ਆਦਿਕ। ਪੂਰਬ ਦਾ ਮਤਲਬ ਪੂਰਬ, ਲਿਖਤ ਦਾ ਮਤਲਬ ਪੂਰਬਲੇ ਲੇਖ, ਜੋ ਅੰਦਰ ਸੰਸਕਾਰ ਬਣੇ ਹੋਏ ਨੇ। ਤਾਂ ਇਸੇ ਤਰ੍ਹਾਂ ਪਰਮ ਪਰਸ ਦਾ ਮਤਲਬ ਸਭ ਪਾਰਸਾਂ ਤੋਂ ਵਧੀਆ ਪਾਰਸ, ਪਰਮ ਪਰਸ ਗੁਰੂ ਨੂੰ ਕਹਿ ਰਹੇ ਨੇ। ਗੁਰਬਾਣੀ ਅੰਦਰ ਪਾਰਸ ਗੁਰੂ ਦਾ ਪ੍ਰਤੀਕ ਹੈ। ਜਿਵੇਂ ਗੁਰ ਪਾਰਸ ਹਮ ਲੋਹ ਮਿਲ ਕੰਚਨ ਹੋਇਆ ਰਾਮ। ਤਾਂ ਜੇ ਅੰਦਰਲੇ ਬਣੇ ਸੰਸਕਾਰਾਂ ਕਰਕੇ ਗੁਰੂ ਮਿਲ ਪਏ, ਜੋ ਸਭ ਪਾਰਸਾਂ ਤੋਂ ਵਧੀਆ ਪਾਰਸ ਹੈ, ਤਾਂ ਮਨ ਹੀ ਮਿਲੇ ਛੁਟਕਤ ਬੱਜਰ ਕਪਾਟ। ਮਨ ਦਾ ਮਤਲਬ ਉਹ ਹਿਰਦਾ ਜਿਸ ਵਿੱਚ ਪ੍ਰਭੂ ਪ੍ਰੀਤਮ ਨੂੰ ਮਿਲਣ ਦੀ ਤਾਂਘ ਪੈਦਾ ਹੋ ਗਈ ਹੈ। ਮਨ ਹੀ ਦਾ ਮਤਲਬ ਮਨ ਵਿੱਚ ਹੀ, ਅੰਤਰ ਆਤਮੇ ਹੀ। ਬੱਜਰ ਦਾ ਮਤਲਬ ਕਰੜੇ, ਸਖਤ, ਪੱਕੇ। ਕਪਾਟ ਦਾ ਮਤਲਬ ਦਰਵਾਜ਼ੇ। ਗੁਰੂ ਦੀ ਕਿਰਪਾ ਦੇ ਨਾਲ ਜਦੋਂ ਗੁਰੂ ਮਿਲਦਾ ਹੈ ਨਾ, ਤਾਂ ਗੁਰੂ ਦੀ ਕਿਰਪਾ ਨਾਲ ਮਨ ਵਿੱਚ ਪ੍ਰਭੂ ਨੂੰ ਮਿਲਣ ਦੀ ਤਾਂਘ ਪੈਦਾ ਹੁੰਦੀ ਹੈ। ਤੇ ਗੁਰੂ ਦੇ ਗਿਆਨ ਮੁਤਾਬਕ ਜੋ ਗਿਆਨਵਾਨ ਹੋਇਆ ਮਨ ਹੈ, ਉਨਮਨ ਦਾ ਮਤਲਬ ਜੋ ਗਿਆਨਵਾਨ ਹੋਇਆ ਮਨ ਹੈ, ਜਿਸ ਦੇ ਅੰਦਰ ਗਿਆਨ ਦਾ ਦੀਵਾ ਜਗ ਗਿਆ, ਜਿਸ ਨੂੰ ਸੱਚ ਦੀ ਸੂਝ ਮਿਲ ਗਈ ਹੈ, ਉਹ ਅੰਤਰ ਆਤਮੇ ਹੀ ਪ੍ਰਭੂ ਨੂੰ ਮਿਲ ਜਾਂਦਾ ਹੈ ਤੇ ਉਹਦੇ ਅਗਿਆਨਤਾ ਦੇ ਪਰਦੇ ਖੁੱਲ ਜਾਂਦੇ। ਉਹਨੂੰ ਸਮਝ ਆ ਜਾਂਦੀ ਹੈ ਕਿ ਸਤਜੁਗ, ਦੁਆਪਰ, ਤ੍ਰੇਤਾ ਇਹ ਕੋਈ ਵਿਸ਼ੇਸ਼ ਯੁੱਗ ਨਹੀਂ ਹਨ। ਅਸਲ ਦੇ ਅੰਦਰ ਸਮੇਂ ਨੂੰ ਜਿਵੇਂ ਬੰਦਾ ਯੂਜ਼ ਕਰਦਾ ਹੈ, ਬੰਦਾ ਉਵੇਂ ਦਾ ਹੋ ਜਾਂਦਾ ਹੈ। ਉਸ ਬੰਦੇ ਦੇ ਬੱਜਰ ਕਪਾਟ ਖੁੱਲ ਜਾਂਦੇ ਨੇ। ਉਹਨੂੰ ਸਮਝ ਪੈ ਜਾਂਦੀ ਹੈ ਕਿ ਜਿੰਨੇ ਵੀ ਕਰਮ ਅਕਰਮ ਵਿਚਾਰੇ ਜਾ ਰਹੇ ਨੇ, ਇਹਨਾਂ ਦਾ ਕੋਈ ਲਾਭ ਨਹੀਂ ਹੈ। ਜੋ ਇੰਨੀਆਂ ਵੀ ਮਿੱਥੀਆਂ ਹੋਈਆਂ ਧਾਰਮਿਕ ਬਨਾਵਟੀ ਰਸਮਾਂ ਨੇ, ਵਿਖਾਵੇ ਦੇ ਕਰਮ ਨੇ। ਗਿਆਨਵਾਨ ਹੋਇਆ ਮਨ ਰੱਬੀ ਗੁਣਾਂ ਦੇ ਨਾਲ ਜੁੜ ਕੇ ਇਸ ਸੰਸਾਰ ਤੋਂ ਨਿਰਲੇਪ ਹੋ ਜਾਂਦਾ ਹੈ ਤੇ ਉਹਦੇ ਅਗਿਆਨਤਾ ਦੇ ਜੋ ਭੇਤ ਨੇ ਉਹ ਖੁੱਲ ਜਾਂਦੇ ਨੇ। ਭਗਤ ਜੁਗਤ ਮਤ ਸਤ ਕਰੀ ਪ੍ਰੰਬੰਧਨ ਕਾਟ ਵਿਕਾਰ। ਜੁਗਤ ਦਾ ਮਤਲਬ ਤਰੀਕਾ, ਸਾਧਨ। ਭਗਤ ਜੁਗਤ ਦਾ ਮਤਲਬ ਭਗਤੀ ਦੀ ਜੁਗਤੀ ਵਰਤ ਕੇ। ਤੇ ਭਗਤੀ ਦਾ ਮਤਲਬ ਮਾਲਾ ਫੇਰਨੀ ਨਹੀਂ ਹੈ। ਭਗਤੀ ਦਾ ਮਤਲਬ ਸਮਾਧੀਆਂ ਲਾਣੀਆਂ ਨਹੀਂ ਹੈ। ਭਗਤੀ ਦਾ ਮਤਲਬ ਕੀ ਹੈ? ਆਪਾਂ ਰੋਜ਼ ਵਿਚਾਰ ਰਹੇ ਨਾ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਗੁਣ ਕਹੋ
ਹਰ ਲਹੋ ਕਰ ਸੇਵਾ ਸਤਿਗੁਰ ਇਵ ਹਰ ਹਰ ਨਾਮ ਧਿਆਈ। ਕਿ ਗੁਰੂ ਦੇ ਚਰਨਾਂ ਦੀ ਸ਼ਰਨ ਲੈ, ਗੁਣਾਂ ਦਾ ਧਾਰਨੀ ਹੋ, ਗੁਰੂ ਦੇ ਦੱਸੇ ਰਾਹਾਂ ਤੇ ਚੱਲ। ਇਹ ਹੈ ਪ੍ਰਭੂ ਦੇ ਸਿਮਰਨ ਦੀ ਜੁਗਤੀ। ਤਾਂ ਭਗਤ ਰਵਿਦਾਸ ਜੀ ਕਹਿ ਰਹੇ ਨੇ ਕਿ ਜਿਸ ਮਨੁੱਖ ਨੇ ਰੱਬੀ ਗੁਣਾਂ ਵਿੱਚ ਜੁੜ ਕੇ ਇਸ ਜੁਗਤੀ ਦੀ ਬਰਕਤ ਨਾਲ ਭਟਕਣਾ, ਵਿਕਾਰਾਂ ਔਰ ਮਾਇਆ ਦੇ ਬੰਧਨਾਂ ਨੂੰ ਕੱਟ ਕੇ ਆਪਣੀ ਮਤ ਨੂੰ ਮਾਇਆ ਵਿੱਚ ਡੋਲਣ ਤੋਂ ਰੋਕ ਲਿਆ। ਮਤ ਸਤ ਕਰੀ, ਸਤ ਮਤ ਦਾ ਮਤਲਬ ਬੁੱਧੀ, ਸਤ ਕਰੀ ਦਾ ਮਤਲਬ ਪੱਕੀ ਕਰ ਲਈ, ਡੋਲਣ ਤੋਂ ਰੋਕ ਲਿਆ। ਜਿਸ ਮਨੁੱਖ ਨੇ ਪ੍ਰਭੂ ਦੇ ਗੁਣਾਂ ਵਿੱਚ ਜੁੜ ਕੇ ਭਟਕਣਾ, ਵਿਕਾਰਾਂ, ਮਾਇਆ ਦੇ ਬੰਧਨਾਂ ਨੂੰ ਕੱਟ ਕੇ ਆਪਣੀ ਮਤ ਨੂੰ ਮਾਇਆ ਵਿੱਚ ਡੋਲਣ ਤੋਂ ਰੋਕ ਲਿਆ, ਸੋਈ ਬਸ ਰਸ ਮਨ ਮਿਲੇ ਗੁਣ ਨਿਰਗੁਣ ਏਕ ਵਿਚਾਰ। ਸੋਈ ਦਾ ਮਤਲਬ ਉਹ ਮਨੁੱਖ, ਬਸ ਦਾ ਮਤਲਬ ਟਿਕ ਕੇ, ਰਸ ਦਾ ਮਤਲਬ ਰਸ ਲੈ ਕੇ ਆਨੰਦ ਦੇ ਨਾਲ, ਮਨ ਮਿਲੇ ਦਾ ਮਤਲਬ ਮਨ ਅੰਦਰ ਹੀ ਮਿਲ ਪੈਂਦੇ ਨੇ, ਨਿਰਗੁਣ ਦਾ ਮਤਲਬ ਮਾਇਆ ਦੇ ਤਿੰਨ ਗੁਣਾਂ ਤੋਂ ਰਹਿਤ ਪ੍ਰਭੂ, ਗੁਣ ਵਿਚਾਰ ਦਾ ਮਤਲਬ ਗੁਣਾਂ ਦੀ ਯਾਦ, ਗੁਣਾਂ ਦੀ ਵਿਚਾਰ ਕਰਕੇ। ਉਹ ਮਨੁੱਖ ਜਿਨ੍ਹਾਂ ਨੇ ਆਪਣੀ ਮਤ ਨੂੰ ਭਟਕਣਾ ਵਿੱਚ ਡੋਲਣ ਤੋਂ ਰੋਕ ਲਿਆ, ਉਹ ਮਨੁੱਖ ਪ੍ਰਭੂ ਦੀ ਯਾਦ ਵਿੱਚ ਟਿਕ ਕੇ ਆਨੰਦ ਨਾਲ ਪ੍ਰਭੂ ਨੂੰ ਅੰਤਰ ਆਤਮੇ ਹੀ ਮਿਲ ਪੈਂਦਾ ਹੈ ਅਤੇ ਉਹ ਇੱਕ ਪ੍ਰਭੂ ਦੇ ਗੁਣਾਂ ਦੀ ਯਾਦ ਵਿੱਚ ਰਹਿੰਦਾ ਹੈ। ਉਹ ਪ੍ਰਭੂ ਜੋ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ ਹੈ, ਉਹ ਮਨੁੱਖ ਉਸ ਪ੍ਰਭੂ ਦੀ ਯਾਦ ਦੇ ਅੰਦਰ ਟਿਕਿਆ ਰਹਿੰਦਾ ਹੈ। ਕੌਣ ਟਿਕਿਆ ਰਹਿੰਦਾ ਹੈ? ਜਿਨਨੇ ਰੱਬੀ ਗੁਣਾਂ ਦੇ ਧਾਰਨੀ ਹੋ ਕੇ ਆਪਣੀ ਮਤ ਨੂੰ ਵਿਕਾਰਾਂ ਵਿੱਚ ਭਟਕਣ ਤੋਂ ਰੋਕ ਲਿਆ, ਉਹ ਪ੍ਰਭੂ ਦੇ ਗੁਣਾਂ ਵਿੱਚ, ਪ੍ਰਭੂ ਦੀ ਰਜ਼ਾ ਦੇ ਅੰਦਰ ਟਿਕ ਕੇ ਮਨ ਅੰਦਰ ਹੀ ਪ੍ਰਭੂ ਦੇ ਨਾਲ ਮਿਲ ਪੈਂਦਾ ਹੈ। ਉਹ ਪ੍ਰਭੂ ਜੋ ਮਾਇਆ ਦੇ ਬੰਧਨਾਂ ਤੋਂ ਰਹਿਤ ਹੈ। ਅਨਿਕ ਜਤਨ ਨਿਗ੍ਰਹਿ ਕੀਏ ਟਾਰੀ ਨਾ ਟਰੈ ਪਰਮ ਫਾਸ। ਨਿਗ੍ਰਹਿ ਦਾ ਮਤਲਬ ਰੋਕਣਾ, ਮਨ ਨੂੰ ਰੋਕਣ ਦੇ ਸਾਧਨ। ਟਾਰੀ ਨਾ ਟਰੇ ਦਾ ਮਤਲਬ ਟਾਲਿਆਂ ਟਲਦੀ ਨਹੀਂ। ਪਰਮ ਫਾਸ ਦਾ ਮਤਲਬ ਭਟਕਣਾ ਦੀ ਫਾਹੀ। ਭਗਤ ਰਵਿਦਾਸ ਜੀ ਕਹਿ ਰਹੇ ਨੇ ਕਿ ਪਿਆਰਿਓ, ਰੱਬੀ ਗੁਣਾਂ ਨੂੰ ਧਾਰਨ ਕਰਨ ਤੋਂ ਬਿਨਾਂ, ਗੁਰੂ ਦੇ ਗਿਆਨ ਅਨੁਸਾਰ ਜ਼ਿੰਦਗੀ ਜੀਣ ਤੋਂ ਬਿਨਾਂ, ਮਨ ਨੂੰ ਵਿਕਾਰਾਂ ਵੱਲੋਂ ਰੋਕਣ ਦੇ ਜਿੰਨੇ ਮਰਜ਼ੀ ਯਤਨ ਕਰ ਲਓ, ਅਨੇਕ ਯਤਨ ਨਿਗ੍ਰਹਿ ਕੀਏ, ਮਨ ਨੂੰ ਰੋਕਣ ਦੇ ਅਨੇਕਾਂ ਯਤਨ ਕਰ ਲਓ। ਤੀਰਥਾਂ ਤੇ ਨਹਾ ਲਓ, ਸਮਾਧੀਆਂ ਲਾ ਲਓ, ਜਲ ਧਾਰਾ ਕਰ ਲਓ, ਪਹਾੜਾਂ ਤੇ ਚੜ ਜਾਓ, ਕੰਦਰਾਂ ਵਿੱਚ ਵੜ ਜਾਓ, ਪੁੱਠੇ ਸਿੱਧੇ ਸਾਹ ਲੈਂਦੇ ਰਹੋ, ਨੰਗੀ ਪੈਰੀ ਭੌਂਦੇ ਰਹੋ, ਪਾਠ ਪੂਜਾ ਕਰਦੇ ਰਹੋ, ਯਗ ਹਵਨ ਕਰਦੇ ਰਹੋ, ਪਾਪ ਪੁੰਨ ਵਿਚਾਰਦੇ ਰਹੋ, ਜਿੰਨੇ ਮਰਜ਼ੀ ਯਤਨ ਕਰ ਲਓ। ਟਾਰੀ ਨਾ ਟਰੇ ਪਰਮ ਫਾਸ। ਭਟਕਣਾ ਦੀ ਫਾਹੀ ਟਲਦੀ ਨਹੀਂ, ਭਟਕਣਾ ਦੀ ਫਾਹੀ ਪੈ ਜਾਏਗੀ। ਭਟਕਣਾ ਦੇ ਵਿੱਚ ਪੈ ਰਹੋਗੇ, ਨਕਾਰਾਤਮਕ ਸੋਚਾਂ ਆਉਂਦੀਆਂ ਰਹਿਣਗੀਆਂ, ਮਨ ਭਟਕਦਾ ਰਹੇਗਾ। ਇਸ ਲਈ ਭਗਤ ਰਵਿਦਾਸ ਜੀ ਕਹਿੰਦੇ ਨੇ, ਪ੍ਰੇਮ ਭਗਤ ਨਹੀਂ ਉਪਜੈ। ਕਰਮ ਕਾਂਡ ਕਰਨ ਦੇ ਨਾਲ, ਵਿਖਾਵੇ ਦੇ ਕਰਮ ਕੀਤਿਆਂ ਕਦੇ ਵੀ ਪ੍ਰਭੂ ਦੇ ਨਾਲ ਪ੍ਰੇਮ ਪੈਦਾ ਨਹੀਂ ਹੁੰਦਾ। ਇਹਨਾਂ ਯਤਨਾਂ ਨਾਲ ਪ੍ਰਭੂ ਦੀ ਪਿਆਰ ਭਗਤੀ, ਪਿਆਰ ਭਰੀ ਯਾਦ ਹਿਰਦੇ ਵਿੱਚ ਪੈਦਾ ਨਹੀਂ ਹੁੰਦੀ। ਰੱਬੀ ਗੁਣਾਂ ਦਾ ਪਿਆਰ ਇਹਨਾਂ ਕਰਮਾਂ ਦੇ ਨਾਲ ਪੈਦਾ ਨਹੀਂ ਹੁੰਦਾ। ਤਾਂ ਤੇ ਰਵਿਦਾਸ ਉਦਾਸ। ਉਦਾਸ ਦਾ ਮਤਲਬ ਉਪਰਾਮ। ਇਸ ਵਾਸਤੇ ਭਗਤ ਰਵਿਦਾਸ ਜੀ ਕਹਿੰਦੇ ਨੇ, ਮੈਂ ਇਹਨਾਂ ਸਾਰੇ ਕਰਮਾਂ ਧਰਮਾਂ ਤੋਂ ਉਪਰਾਮ ਹਾਂ, ਇਹਨਾਂ ਕਰਮਾਂ ਧਰਮਾਂ ਤੋਂ ਮੈਂ ਉੱਤੇ ਹਾਂ, ਮੈਂ ਇਹਨਾਂ ਕਰਮਾਂ ਧਰਮਾਂ ਦੇ ਨਾਲ ਮੇਰਾ ਕੋਈ ਨਾਤਾ ਸੰਬੰਧ ਨਹੀਂ ਹੈ, ਜਿੰਨੇ ਵੀ ਆ ਕਰਮ ਧਰਮ ਪਿੱਛੇ ਗਿਣੇ ਨੇ। ਇਸ ਕਰਕੇ ਕਿਉਂਕਿ ਇਹਨਾਂ ਕਰਮਾਂ ਧਰਮਾਂ ਦੇ ਨਾਲ, ਵਿਖਾਵੇ ਦੇ ਕੰਮਾਂ ਦੇ ਨਾਲ ਪ੍ਰਭੂ ਦਾ ਪਿਆਰ ਅੰਦਰ ਪੈਦਾ ਨਹੀਂ ਹੁੰਦਾ, ਇਨਸਾਨੀਅਤ ਪੈਦਾ ਨਹੀਂ ਹੁੰਦੀ। ਇਸ ਲਈ ਭਗਤ ਰਵਿਦਾਸ ਜੀ ਕਹਿੰਦੇ ਨੇ, ਮੈਂ ਇਹਨਾਂ ਸਾਰੇ ਕਰਮਾਂ ਧਰਮਾਂ ਤੋਂ ਉਪਰਾਮ ਹਾਂ, ਇਹਨਾਂ ਕਰਮਾਂ ਧਰਮਾਂ ਤੋਂ ਨਿਰਲੇਪ ਹਾਂ, ਮੈਂ ਇਹਨਾਂ ਕਰਮਾਂ ਧਰਮਾਂ ਦੇ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ।